ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਲਾਈਵ ਹੋਏ ਆ ਜੀ ਭੈਣਾਂ ਭਰਾਵਾਂ ਦੇ ਸਾਹਮਣੇ। ਸਾਡਾ ਪਰਿਵਾਰ ਬੈਠਾ, ਸਾਡੀਆਂ ਮਾਤਾ ਸੰਧਿਆ ਦੇਵੀ ਜੀ ਬੈਠੇ ਨੇ, ਮਾਤਾ ਸ਼ਿਮਲਾ ਦੇਵੀ ਜੀ ਬੈਠੇ ਨੇ, ਮਾਤਾ ਸਰਜੀਤ ਕੌਰ ਜੀ ਬੈਠੇ ਨੇ। ਇੱਧਰ ਬੇਬੇ ਸਾਡੇ ਪਏ ਨੇ, ਕਾਂਤਾ ਮੱਟੂ ਬੇਬੇ ਜਿਹੜੇ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਤੋਂ। ਤੇ ਰਚਨਾ ਸਾਡੀ ਭੈਣ ਇੱਧਰ ਬਾਹਰ ਗੇੜਾ ਕੱਢਣ ਗਈ ਹੋਈ ਆ। ਤੇ ਰਿਹਾਨਾ ਭੈਣ ਆ ਜਿਹੜੀ ਸਾਡੀ, ਜਿਹਦੀ ਬਾਂਹ 'ਚ ਕੀੜੇ ਪਏ ਸੀ, ਉਹ ਹਸਪੀਟਲ 'ਚ ਦਾਖਲ ਆ, ਉਹ ਠੀਕ ਨਹੀਂ ਥੋੜੇ ਕੁ ਦਿਨਾਂ ਤੋਂ। ਤੇ ਇਹ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਜੀ। ਜਿਵੇਂ ਤੁਹਾਨੂੰ ਪਤਾ ਸਾਰੇ ਭੈਣ ਭਰਾਵਾਂ ਨੂੰ, ਅੱਜ ਫਿਰ ਤੁਹਾਡੇ ਸਾਹਮਣੇ ਆਏ ਆ ਲਾਈਵ, ਤਾਂ ਜੋ ਕੁਝ ਇੰਟਰਨਲ ਮੁੱਦੇ ਜਿਹੜੇ ਸਾਡੇ ਪਰਿਵਾਰ ਦੀਆਂ ਕੁਝ ਪ੍ਰੋਬਲਮਾਂ ਜਾਂ ਕੁਝ ਪਰਿਵਾਰ ਦੀਆਂ ਚੰਗੀਆਂ ਗੱਲਾਂ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ, ਤੁਹਾਡੇ ਤੱਕ ਪਹੁੰਚਾਈਆਂ ਜਾਣ। ਤੇ ਇਹ ਸਾਡੇ ਮਾਤਾ ਜੀ ਬੈਠੇ ਨੇ, ਸਰਜੀਤ ਕੌਰ ਜੀ। ਅੱਗੇ ਵੀ ਤੁਸੀਂ ਮਾਤਾ ਜੀ ਦੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਵੀ ਕਿੱਦਾਂ ਮਾਤਾ ਜੀ ਵਿਲਕਦੇ ਸੀ, ਕਿੱਦਾਂ ਰੋਂਦੇ ਸੀ, ਹਨਾ, ਆਪਣੇ ਪਰਿਵਾਰ ਨੂੰ ਜਾਣ ਮਿਲਣ ਲਈ, ਆਪਣੇ ਪੋਤੇ ਪੋਤੀਆਂ 'ਚ ਜਾਂ ਦੋਤੇ ਦੋਤੀਆਂ ਕੋਲੇ। ਤੇ ਯਾਨੀ ਕਿ ਉਸ ਵੀਡੀਓ ਦੇ ਰਾਹੀਂ ਅਸੀਂ ਇੱਕ ਸੁਨੇਹਾ ਦਿੱਤਾ ਸੀ ਸਾਰੇ ਪੰਜਾਬ ਨਹੀਂ, ਵਰਲਡ ਦੇ ਵਿੱਚ ਰਹਿੰਦੇ ਸਿੱਖ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੀਆਂ ਨੂੰ, ਮਾਵਾਂ ਨੂੰ, ਵੀ ਇਸ ਮਾਤਾ ਜੀ ਦੇ ਬਾਰੇ 'ਚ ਕੋਈ ਹੱਲ ਕੀਤਾ ਜਾਵੇ। ਇੱਦਾਂ ਦੀਆਂ ਪਤਾ ਨਹੀਂ ਕਿੰਨੀਆਂ ਮਾਵਾਂ ਬਿਲਕਦੀਆਂ ਨੇ, ਉਹਨਾਂ ਬਾਰੇ ਸੋਚਿਆ ਜਾਵੇ, ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੁਝ ਚੰਗਾ ਹੋਵੇ, ਉਹਦੇ ਬਾਰੇ ਆਪਾਂ ਨੂੰ ਕੁਝ ਕਦਮ ਚੁੱਕਣੇ ਚਾਹੀਦੇ ਆ। ਕਿਉਂਕਿ ਇਹ ਸਾਡੇ ਪੰਜਾਬ ਦੀਆਂ ਜੰਨਣ ਵਾਲੀਆਂ ਸਾਡੀਆਂ ਮਾਵਾਂ ਵਾ। ਇਹ ਹਰੀ ਸਿੰਘ ਨਲੂਏ ਵਰਗੇ ਪੁੱਤਾਂ ਨੂੰ ਜੰਮਣ ਵਾਲੀਆਂ ਸਾਡੀਆਂ ਮਾਵਾਂ ਵਾ। ਇਹ ਮਾਵਾਂ ਨੇ ਭਗਤ ਪੂਰਨ ਸਿੰਘ ਹੁਣੀ, ਭਗਤ ਸ਼ਹੀਦ ਭਗਤ ਸਿੰਘ ਹੁਣੀ, ਊਧਮ ਸਿੰਘ ਵਰਗੇ, ਭਾਈ ਕਰਤਾਰ ਸਿੰਘ ਸਰਾਭੇ ਵਰਗੇ ਯੋਧੇ ਵੀ ਜੰਮੇ ਇਹਨਾਂ ਮਾਵਾਂ ਦੇ ਕੁੱਖੋਂ। ਤੇ ਪਰ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਵੀ ਹੈਗੇ ਆ, ਧੀਆਂ ਵੀ ਹੈਗੀਆਂ, ਤੇ ਉਹ ਰੁਲਣ ਸੜਕਾਂ ਤੇ ਉਹ ਬੜੀ ਦੁੱਖ ਤੇ ਸ਼ਰਮ ਦੀ ਗੱਲ ਆ ਸਾਡੇ ਸਮਾਜ ਦੇ ਵਾਸਤੇ। ਤੇ ਇਹ ਮਾਂ ਦੇ ਹਾਲਾਤ ਤੁਸੀਂ ਦੇਖੇ ਸੀ, ਕਿੱਦਾਂ ਲੈ ਕੇ ਆਏ ਸੀ ਅਸੀਂ ਇਹਨਾਂ ਨੂੰ, ਕਿਹੜੇ ਹਾਲਾਤਾਂ ਸੀ ਉਸ ਟਾਈਮ, ਮਾਂ ਕਿੱਦਾਂ ਰੁਲ ਰਹੀ ਸੀ। ਇਹ ਬੇਬੇ ਸਾਡੀ, ਜਿਹਦਾ ਪੁੱਤ ਅਫਸਰ ਹੋਵੇ, ਪੰਚਾਇਤ ਅਫਸਰ ਆ, ਇਹਨਾਂ ਦਾ ਬੇਟਾ ਸੁਖਵੀਰ ਸਿੰਘ। ਪਿਛਲੀ ਵੀਡੀਓ 'ਚ ਅਸੀਂ ਨਾਮ ਨਹੀਂ ਸੀ ਲਿਆ, ਜਿਵੇਂ ਤੁਹਾਨੂੰ ਦੱਸਿਆ ਸੀਗਾ, ਤੇ ਅਸੀਂ ਡੈਗਨੀਜੇਸ਼ਨ ਵੀ ਉਹਨਾਂ ਦੀ ਜਿਹੜੀ ਉਹਨਾਂ ਦੀ ਕਿਹੜੇ ਅਫਸਰ ਨੇ, ਕਿੱਥੇ ਲੱਗੇ ਹੋਏ ਨੇ, ਕੁਛ ਨਹੀਂ ਸੀ ਦੱਸਿਆ। ਤੇ ਇਹਨਾਂ ਦੀਆਂ ਬੇਟੀਆਂ ਦੇ ਬਾਰੇ 'ਚ ਵੀ ਅਸੀਂ ਕੁਛ ਨਹੀਂ ਸੀ ਦੱਸਿਆ। ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇਹ ਲੈ ਕੇ ਆਏ ਹਾਂ ਮਾਂ ਦਾ ਫੇਰ ਇੱਕ ਦੁੱਖਾਂ ਨਾਲ ਭਰਿਆ ਹੋਇਆ ਕੁਛ ਮਿੰਟਾਂ ਦਾ ਇੱਕ ਵੀਡੀਓ। ਇਹਨੂੰ ਵੀਡੀਓ ਨਾ ਸਮਝਿਓ, ਇਹ ਸੱਚਾਈ ਹੈ, ਇਹ ਸੱਚਾਈ ਸਾਡੇ ਸਮਾਜ ਦੀ। ਬੇਬੇ ਜੀ ਇੱਧਰ ਨੂੰ ਫੇਸ ਕਰ ਲਓ ਮਾੜਾ ਜਿਹਾ। ਇਹ ਮਾਂ ਦੀਆਂ ਦੋ ਧੀਆਂ ਵਾ, ਇੱਕ ਪਟਿਆਲੇ ਵਿਆਹੀ ਹੋਈ ਹੈ ਧੀ, ਪੂਰਾ ਭਰਿਆ ਪਰਿਵਾਰ ਆ ਉਹਦਾ ਵੀ, ਚੰਗੇ ਅਫਸਰ ਹੈਗੇ ਨੇ, ਯਾਨੀ ਕਿ ਉਹਨਾਂ ਦੇ ਹਸਬੈਂਡ ਵੀ ਵਧੀਆ ਜੋਬ ਕਰਦੇ ਨੇ, ਉਹ ਵੀ ਪੜ੍ਹਾਉਂਦੇ ਹੀ ਆ ਨਾ ਬੇਬੇ, ਜਵਾਈ ਵੀ ਆਪਣਾ। ਤੇ ਬੇਬੇ ਦੀ ਧੀ ਆ ਜਿਹੜੀ, ਉਹ ਵੀ ਲੈਕਚਰਾਰ ਲੱਗੀ ਹੋਈ ਆ। ਤੇ ਬੇਬੇ ਕੀ ਨਾਂ ਉਹਨਾਂ ਦਾ? ਪਰਮਿੰਦਰ ਵੱਡੀ ਕੁੜੀ ਆ, ਤੇ ਛੋਟੀ ਦਾ ਨਾਂ ਰੁਪਿੰਦਰ। ਪਰਮਿੰਦਰ ਕਿੱਥੇ ਵਿਆਹੀ ਹੈ ਬੇਬੇ? ਉੱਥੇ ਹੀ ਆ ਪਟਿਆਲੇ, ਕੋਠੀਆਂ ਜੱਦੀ ਦੀਆਂ। ਪਟਿਆਲੇ ਦੋਨਾਂ ਦੀਆਂ ਕੋਠੀਆਂ ਪਟਿਆਲੇ ਆ? ਉਹ ਦੂਜੀ ਮੋਗੇ, ਛੋਟੀ। ਓਕੇ, ਛੋਟੀ ਕੀ ਕਰਦੀ ਆ? ਉਹ ਵੀ ਇਹੀ ਕੁਛ ਹੀ ਆ, ਪ੍ਰੋਫੈਸਰ ਹੀ ਲੱਗੀ ਆ। ਤੇ ਬੇਬੇ ਉਹ ਜਿਹੜਾ ਇਹਨਾਂ ਦਾ ਹਸਬੈਂਡ ਆ ਉਹਨਾਂ ਦੇ, ਉਹ ਕੀ ਕਰਦੇ ਆ ਬੇਬੇ, ਘਰ ਵਾਲੇ? ਉਹ ਵੀ ਇਹੀ ਆ। ਕਿੱਥੇ ਬਦਲੀ ਕੀ ਪਤਾ ਕਿੱਥੇ, ਪਹਿਲਾਂ ਮਸੀਤੀ ਸੀਗਾ ਉੱਥੇ, ਜਦੋਂ ਮੈਨੂੰ ਤਾਂ ਫੋਨ ਉਹਨਾਂ ਦਾ ਆਇਆ ਸੀ ਜੋਤੀ ਦਾ। ਕੀ ਲੱਗੇ ਹੋਏ ਸੀ ਉਹ ਬੇਬੇ? ਆਹੀ ਕੁਛ ਸੀ, ਮੈਨੂੰ ਨਹੀਂ ਪਤਾ, ਮੈਂ ਕਮਲੀ ਝੱਲੀ ਬਣਾਈ ਵੀ ਆ ਤੁਹਾਡੀ। ਨਹੀਂ ਪ੍ਰੋਫੈਸਰ ਹੀ ਸੀ ਯਾਨੀ ਕਿ ਉਹ ਵੀ? ਆਹੋ। ਅੱਛਾ। ਤੇ ਇਹ ਮਾਂ ਵਾ ਸਰਜੀਤ ਕੌਰ, ਤਿੰਨ ਧੀਆਂ ਪੁੱਤਾਂ ਦੀ। ਪੁੱਤ ਪੰਚਾਇਤ ਅਫਸਰ ਲੱਗੇ ਹੋਏ ਆ, ਇਹਨਾਂ ਦਾ ਬੇਟਾ ਜੀ ਸਰਦਾਰ ਸੁਖਵੀਰ ਸਿੰਘ, ਸੁਧਾਰ ਬਲਾਕ ਦੇ ਵਿੱਚ। ਤੇ ਇਹਨਾਂ ਦੇ ਕੁਝ ਕਲੀਗ ਆ ਉਹਨਾਂ ਦਾ ਸਾਨੂੰ ਫੋਨ ਆਇਆ ਸੀ ਵੀਰ ਹੁਣਾਂ ਦਾ। ਤੇ ਜਿੱਦਣ ਉਹਨਾਂ ਨੇ ਵੀਡੀਓ ਦੇਖੀ, ਵੀਰ ਹੁਣਾਂ ਨੇ ਬੜਾ ਦੁੱਖ ਮਨਾਇਆ, ਕਹਿੰਦੇ ਯਾਰ ਸਾਡੇ ਮਹਿਕਮੇ ਦੇ ਵਿੱਚ ਵੀ ਕੋਈ ਇਦਾਂ ਦਾ ਬੰਦਾ ਹੈਗਾ, ਵੀ ਸਾਨੂੰ ਬੜਾ ਦੁੱਖ ਲੱਗਿਆ। ਤੇ ਉਹ ਵੀਰ ਨੇ ਜਿਹੜਾ ਉਹਨਾਂ ਦਾ ਯਾਨੀ ਕਿ ਇੱਕ ਕਹਿ ਦਈਏ ਸੀਨੀਅਰ ਸੀਗੇ ਸੁਖਵੀਰ ਸਿੰਘ ਜੀ ਦੇ, ਉਹਨਾਂ ਨੇ ਸਾਨੂੰ ਫੋਨ ਤੇ ਦੱਸਿਆ ਵੀ ਮੈਂ ਉਹਦੇ ਕੋਲੇ ਚੱਲਿਆ, ਮੇਰੀ ਫੋਨ ਤੇ ਗੱਲ ਹੋ ਗਈ ਹੈ ਸੁਖਵੀਰ ਸਿੰਘ ਦੇ ਨਾਲ, ਮਾਤਾ ਜੀ ਦੇ ਬੇਟੇ ਦੇ ਨਾਲ, ਵੀ ਮੈਂ ਉਹਦੇ ਕੋਲੇ ਚੱਲਿਆ ਤੇ ਮੈਂ ਗੱਲ ਕਰਦਾ ਜਾ ਕੇ, ਵੀ ਉਹਨੂੰ ਲੈ ਕੇ ਆਉਣਾ, ਵੀ ਉਹ ਮਾਤਾ ਨੂੰ ਜ਼ਰੂਰ ਮਿਲ ਕੇ ਜਾਊ, ਵੀ ਐਂ ਕਿਵੇਂ ਹੋ ਗਿਆ ਵੀ ਉਹਦੀ ਮਾਂ ਰੁਲਦੀ ਫਿਰ ਸਾਡੇ ਨਾਲ ਰਹਿੰਦਾ ਉਹ। ਤੇ ਅਸੀਂ ਬੜਾ ਮਨ ਖੁਸ਼ ਹੋਇਆ ਵੀ ਚਲੋ ਵੀਰ ਉਹਨਾਂ ਨੇ ਜ਼ਰੂਰ ਉਪਰਾਲਾ ਕਰਨਗੇ। ਉਸ ਤੋਂ 2 ਘੰਟਿਆਂ ਬਾਅਦ ਵੀਰ ਦਾ ਫੋਨ ਆਇਆ,
ਕਹਿੰਦੇ ਵੀ ਉਹਦੀ ਤਾਂ ਮਾਂ ਦੀ ਮੌਤ ਹੋਈ ਆ। ਉਹ ਤਾਂ ਕਹਿੰਦਾ ਮੇਰੇ ਕੋਲ ਮੌਤ ਦਾ ਸਰਟੀਫਿਕੇਟ ਪਿਆ ਵਾ, ਮੇਰੀ ਮਾਂ ਤਾਂ ਮਰੀ ਹੋਈ ਆ। ਤੇ ਫਿਰ ਅਸੀਂ ਵੀਰ ਨੂੰ ਦੱਸਿਆ ਵੀ ਵੀਰ ਜੀ ਵਾਕਿਆ ਹੀ ਉਹਦੀ ਮਾਂ ਮਰੀ ਹੋਈ ਆ, ਵਾਕਿਆ ਹੀ ਸੱਚ ਆ ਇਹ, ਕਿਉਂਕਿ ਜਿਹਨੇ ਜਿਉਂਦੇ ਜੀ ਮਾਰਤੀ ਮਾਂ, ਉਹਨੂੰ ਕੁਛ ਕਹਿਣ ਦੀ ਲੋੜ ਨਹੀਂ, ਉਹਨੂੰ ਕੁਛ ਸਮਝਾਉਣ ਦੀ ਲੋੜ ਨਹੀਂ ਹੁਣ। ਤੇ ਇਹ ਮਾਂ ਦੀਆਂ ਹੁਣ 2 ਧੀਆਂ ਵਾ ਜੀ, ਇੱਕ ਪਰਮਿੰਦਰ ਕੌਰ ਤੇ ਇੱਕ ਮਾਤਾ ਜੀ ਕੀ ਦੱਸਿਆ ਤੁਸੀਂ? ਰੁਪਿੰਦਰ ਕੌਰ। ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ, ਮਾਤਾ ਸਾਡੇ ਕੋਲੇ ਰੋਜ਼ ਰੋਂਦੀ ਆ, ਲੜਦੀ ਆ ਸਾਡੇ ਨਾਲ, ਮੈਂ ਜਾਣਾ, ਮੈਨੂੰ ਜਾਣ ਦਿਓ। ਆ ਮਾਤਾ ਦਾ ਝੋਲਾ, ਮਾਤਾ ਜੀ ਝੋਲਾ ਦਿਖਾਇਓ ਆਪਣਾ। ਆ ਮਾਂ ਦਾ ਸਾਡੀ ਦਾ ਇੱਕ ਲਿਫਾਫਾ ਪੈਕ ਕਰਿਆ ਹੋਇਆ ਕਮਲ ਮਾਰਨ ਨੂੰ, ਜਾਨੀ ਕਿ ਤਿਆਰ ਆ ਬੇਬੇ ਸਾਡੀ ਜਾਣ ਨੂੰ। ਹਰ ਰੋਜ਼ ਬੇਬੇ ਬਾਹਰ ਜਾ ਕੇ ਉੱਥੇ ਬੈਠ ਜਾਂਦੇ, ਅਸੀਂ ਮਿਹਨਤਾਂ ਕਰਕੇ ਸ਼ਾਮ ਨੂੰ ਜਾਂ ਕਿਵੇਂ ਵੜਿਆ ਕੇ ਜਾਂ ਲੈ ਕੇ ਆਉਣੇ ਅੰਦਰ ਮਾਂ ਨੂੰ। ਫਿਰ ਸਾਨੂੰ ਗਾਲਾਂ ਕੱਢਦੀ ਆ ਮਾਂ, ਸਿਆਪੇ ਕਰਦੀ ਆ ਬੇਬੇ ਸਾਡੇ, ਕੀਰਨੇ ਪਾਉਂਦੀ ਆ ਵੀ ਪੁੱਤ ਤੁਸੀਂ ਮਰ ਜਾਓ, ਤੁਸੀਂ ਐਂ ਕਰ ਦੋ, ਤੁਸੀਂ ਮੇਰਾ ਪੁੱਤ ਮਾਰਤਾ। ਤੇ ਜਿਹੜੀ ਅੱਜ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪਈ ਆ ਸਾਨੂੰ, ਇਸ ਕਰਕੇ ਨਹੀਂ ਅਸੀਂ ਲੈ ਕੇ ਆ ਰਹੇ ਵੀ ਅਸੀਂ ਉਸ ਪਰਿਵਾਰ ਦੀ ਬੇਇੱਜ਼ਤੀ ਕਰਨਾ ਚਾਹੁੰਦੇ ਆ, ਅਸੀਂ ਇਸ ਕਰਕੇ ਨਹੀਂ ਲੈ ਕੇ ਆ ਰਹੇ ਵੀ ਸਾਨੂੰ ਕਾਹਲੀ ਆ ਕੋਈ ਵੀ ਅਸੀਂ ਉਸ ਪਰਿਵਾਰ ਨੂੰ ਤੰਗ ਕਰੀਏ ਤੇ ਮਾਤਾ ਘਰੇ ਚਲੇ ਜਾਵੇ। ਬਸ ਇੱਕ ਬੇਨਤੀ ਆ ਸਾਡੀ, ਮਾਤਾ ਸਰਜੀਤ ਕੌਰ ਬਾਬੇ ਬੇਬੇ ਜੀ ਇੱਕ ਮਿੰਟ ਮੂੰਹ ਦਾ ਐ ਨਾ ਕਰ, ਐ ਨਾ ਬੇਬੇ ਜੀ, ਮੇਰੀ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ ਬੇਬੇ ਪਹਿਲਾਂ, ਅੱਜ ਆਪਾਂ ਸੰਗਤ ਨਾਲ ਗੱਲ ਕਰਨੀ ਆ ਮਾਂ। ਫਿਰ ਤੁਸੀਂ ਜਾਣਾ ਘਰੇ ਜਾਣਾ ਚਾਹੁੰਦੇ ਹੋ? ਫਿਰ ਮੈਂ ਅੱਜ ਭੇਜਣਾ ਤੁਹਾਨੂੰ ਨਾ ਗੱਡੀ ਕਰਾ ਕੇ, ਮੈਂ ਉਹੀ ਗੱਲ ਕਰ ਰਿਹਾ ਬੇਬੇ, ਅੱਜ ਆਖਰੀ ਵਾਰੀ ਗੱਲਬਾਤ ਕਰ ਰਹੇ ਆਪਾਂ। ਜੇ ਅੱਜ ਵੀ ਤੁਸੀਂ ਮੂੰਹ ਲਕੋਗੇ ਫਿਰ ਸੰਗਤ ਨੂੰ ਕੀ ਕਹਾਂਗੇ ਆਪਾਂ? ਲੋੜ ਹੀ ਨਹੀਂ ਕਰਨੀ, ਮੂੰਹ ਨਾਲ ਕਹੋ, ਲੋੜ ਹੀ ਨਹੀਂ। ਹਾਂ ਬਸ ਠੀਕ। ਉਹਨਾਂ ਦੇ ਤਾਨੇ ਜਿਹੜੇ 3 ਚਿਰ ਹੋ ਗਿਆ ਮੁੰਡੇ ਨੂੰ ਤੇ ਮਾਂ ਨੂੰ, ਦੁੱਖ ਹੀ ਨਹੀਂਗਾ, ਕੋਈ ਗੱਲ ਨਹੀਂ, ਬਸ ਜਿਹੜਾ ਕਰਨੀ ਆ ਕਰੀ ਜਾਓ ਆਪਣਾ। ਤੇ ਇਸ ਮਾਂ ਨੇ ਵਿਚਾਰੀ ਨੇ ਜਾਣੀ ਕਿ ਜਿਹੜੀਆਂ ਤਕਲੀਫਾਂ ਸਹੀਆਂ, ਇਹ ਮਾਤਾ ਜੀ ਦੇ ਇੱਕ ਦਿਮਾਗ ਦੇ ਵਿੱਚ ਗੱਲ ਜਿਹੜੀ ਹੈਗੀ ਆ ਉਹ ਘਰ ਕਰ ਗਈ ਆ ਵੀ ਮੇਰਾ ਪੁੱਤ ਮਰ ਗਿਆ, ਤੁਸੀਂ ਮਾਰਤਾ, ਤੁਸੀਂ ਹੁਕਮ ਦਿੱਤਾ, ਤੁਸੀਂ ਆਰਡਰ ਦਿੱਤਾ ਵੀ ਉਹਦੇ ਟੋਟੇ ਕਰਤੇ, ਉਹਦੀ ਖੋਪੜੀ ਲਾਤੀ, ਉਹਦਾ ਕੁਛ ਇੱਦਾਂ, ਜਾਣੀ ਕਿ ਮਾਤਾ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਬੈਠ ਗਈਆਂ ਵਾ। ਪਤਾ ਨਹੀਂ ਉਹ ਕਿੱਦਾਂ ਬੈਠੀਆਂ, ਕਿਉਂ ਬੈਠੀਆਂ, ਕਿਵੇਂ ਬੈਠੀਆਂ, ਕਿਉਂਕਿ ਮਾਤਾ ਨੂੰ ਦਿਮਾਗ ਦੀ ਵੀ ਪ੍ਰੋਬਲਮ ਆ। ਮਾਤਾ ਜੀ ਇੱਕ ਬਿਮਾਰੀ ਤੋਂ ਪੀੜਤ ਨੇ, ਜਿਹੜੀ ਬ੍ਰੇਨ ਨਾਲ ਰਿਲੇਟਡ ਹੁੰਦੀ ਹੈ, ਦਿਮਾਗ ਨਾਲ ਰਿਲੇਟਡ ਹੁੰਦੀ ਆ। ਮਾਤਾ ਸਰਜੀਤ ਕੌਰ ਜੀ ਉਸ ਬਿਮਾਰੀ ਤੋਂ ਪੀੜਤ ਹੋਣ ਕਰਕੇ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਇਦਾਂ ਦੀਆਂ ਗੱਲਾਂ ਆ ਜਾਂਦੀਆਂ। ਅਸੀਂ ਹੁਣ ਡਾਕਟਰ ਕੋਲੇ ਜਾ ਰਹੇ ਹਾਂ, ਪਿਛਲੇ ਕਰੀਬ 1 ਮਹੀਨੇ ਤੋਂ ਕਈ ਵਾਰੀ ਚੈੱਕਅਪ ਹੋ ਚੁੱਕਿਆ ਮਾਤਾ ਜੀ ਦਾ। ਡਾਕਟਰ ਸਾਨੂੰ ਇੱਕੋ ਹੀ ਗੱਲ ਕਹਿ ਰਿਹਾ ਬਾਰ-ਬਾਰ ਵੀ ਤੁਸੀਂ ਇਹਦੇ ਦਿਮਾਗ ਦੇ ਵਿੱਚੋਂ ਇਹ ਵਹਿਮ ਜਿੰਨੀ ਛੇਤੀ ਕੱਢ ਦੋਗੇ ਚੰਗੇ ਰਹੋਗੇ, ਵੀ ਜੇ ਇਹ ਵਹਿਮ ਨਾ ਨਿਕਲਿਆ ਤਾਂ ਮਾਤਾ ਨੂੰ ਬ੍ਰੇਨ ਹੈਮਰੇਜ ਵੀ ਹੋ ਸਕਦਾ, ਬ੍ਰੇਨ ਦੇ ਨਾਲ ਰਿਲੇਟਡ ਅਟੈਕ ਵੀ ਆ ਸਕਦਾ, ਮਾਤਾ ਹੋਰ ਵੀ ਜ਼ਿਆਦਾ ਮੈਂਟਲੀ ਅਪਸੈਟ ਹੋ ਸਕਦੇ ਨੇ। ਇਸ ਕਰਕੇ ਵੀ ਮਾਤਾ ਨੂੰ ਇਹਦੇ ਬੇਟੇ ਨਾਲ ਜਲਦੀ ਮਿਲਾ ਦਿਓ, ਵੀ ਇਹਦਾ ਇੱਕ ਉਹ ਗੱਲ ਦਿਮਾਗ ਚੋਂ ਨਿਕਲ ਜਾਵੇ, ਵਹਿਮ ਨਿਕਲ ਜਾਵੇ ਵੀ ਮੇਰਾ ਪੁੱਤ ਜਿਉਂਦਾ ਵਾ। ਬਈ ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਤੇ ਮਾਵਾਂ ਨੂੰ ਇੱਕ ਬੇਨਤੀ ਹੈ ਜੀ, ਸਾਤੋਂ ਮਾਂ ਇਹ ਬਿਲਕਦੀ ਦੇਖ ਨਹੀਂ ਹੁੰਦੀ, ਇਹ ਰੋਂਦੀ ਮਾਂ ਦੇਖ ਨਹੀਂ ਹੁੰਦੀ। ਇਹ ਮਾਂ ਸਾਡੀ ਜਾਣੀ ਕਿ ਇੱਦਾਂ ਸਿਆਪੇ ਕਰਦੀ ਆ, ਪਿੱਟਦੀ ਆ, ਆਪਦੇ ਪੱਟਾਂ ਤੇ ਹੱਥ ਮਾਰ ਕੇ। ਇੰਨਾ ਜ਼ਿਆਦਾ 2 ਹੀ ਗੱਲਾਂ ਮਾਤਾ ਕੋਲੇ ਜ਼ਿੰਦਗੀ ਦੇ ਵਿੱਚ, ਜਾਂ ਤਾਂ ਬੈਠੀ ਨੇ ਪਾਠ ਹੀ ਕਰੀ ਜਾਣਾ ਸਾਰਾ ਦਿਨ, ਸਾਰੀ ਰਾਤ ਜਦੋਂ ਚ ਅੱਖਾਂ ਨਹੀਂ ਵੱਜਦੀਆਂ ਸੌਂਦੀ ਨਹੀਂ, ਤੇ ਜਾਂ ਫਿਰ ਰੋਈ ਜਾਣਾ, ਸਿਆਪਾ ਕਰੀ ਜਾਣਾ ਸਾਰਾ ਦਿਨ, ਸਾਰੀ ਰਾਤ ਜਾਂਦੇ ਨੇ। 2 ਹੀ ਗੱਲਾਂ ਬੇਬੇ ਕੋਲੇ ਇਸ ਟਾਈਮ, ਸਾਰਾ ਦਿਨ ਰੋਈ ਜਾਂਦੀ ਆ, ਸਿਆਪਾ ਕਰੀ ਜਾਂਦੀ ਆ, ਪਾਠ ਕਰੀ ਜਾਂਦੀ ਰਹਿੰਦੀ ਆ ਮਾਂ ਸਾਡੀ। ਤੇ ਜਾਣੀ ਕਿ ਇੰਨਾ ਦੁੱਖ ਲੱਗਦਾ, ਅੱਖਾਂ ਐਡੀਆਂ ਹੋ ਜਾਂਦੀਆਂ ਸੁੱਜ ਕੇ, ਤੇ ਮਨ ਜਾਣੀ ਕਿ ਆਹ ਸੇਵਾ ਜਿਹੜੀ ਅਸੀਂ ਕਰਦੇ ਹਾਂ ਦੇਖ ਕੇ ਆਪਦੇ ਆਪ ਨੂੰ ਸ਼ਰਮ ਆਉਂਦੀ ਆ ਵੀ ਕੀ ਫਾਇਦਾ ਉਹ ਸੇਵਾ ਦਾ, ਵੀ ਅਸੀਂ ਇੰਨਾ ਵੀ ਨਹੀਂ ਕਰ ਸਕਦੇ, ਇੱਕ ਮਾਂ ਨੂੰ ਉਹਦੇ ਪੁੱਤ ਤੱਕ ਨਹੀਂ ਪਹੁੰਚਾ ਸਕਦੇ। ਇੱਕ ਮਾਂ ਦੇ ਦਿਲ ਦੇ ਵਿੱਚੋਂ ਇੱਕ ਇਹ ਵਹਿਮ ਵੀ ਨਹੀਂ ਕੱਢ ਸਕਦੇ ਵੀ ਉਹਦਾ ਪੁੱਤ ਬੈਠਾ ਜਿਉਂਦਾ, ਨੌਕਰੀ ਕਰ ਰਿਹਾ, ਡਿਊਟੀ ਦੇ ਰਿਹਾ, ਸੁਧਾਰ ਬਲਾਕ ਦੇ ਵਿੱਚ ਪੰਚਾਇਤ ਅਫਸਰ ਲੱਗਿਆ ਹੋਇਆ, ਤੇ ਉਹ ਪੰਚਾਇਤ ਅਫਸਰ ਲੱਗੇ ਪੁੱਤ ਨੂੰ ਵੀ ਇਸ ਗੱਲ ਦੀ ਸ਼ਰਮ ਨਹੀਂ ਆਈ ਵੀ ਮੇਰੀ ਮਾਂ ਜਿਉਂਦੀ ਆ। ਮੈਂ ਉਹਦਾ ਡੈਥ ਸਰਟੀਫਿਕੇਟ ਦਿਖਾਈ ਜਾਂਦਾ ਆਪਣੇ ਕਲੀਗ ਨੂੰ, ਆਪਣੇ ਨਾਲਦਿਆਂ ਨੂੰ ਇਹ ਕਹੀ ਜਾਂਦਾ ਵੀ ਉਹ ਤਾਂ ਮਰੀ ਹੋਈ ਆ। ਕਿੰਨੀ ਕੁ ਗਲਤੀ ਕਰੀ ਹੋਊ ਇਸ ਮਾਂ ਨੇ, ਕਿੱਡਾ ਵੱਡਾ ਪਾਪ ਕੀਤਾ ਹੋਊ ਇਸ ਮਾਂ ਨੇ, ਕਿੰਨੀ ਕੁ ਵੱਡਾ ਇਹਨੇ ਇਹੋ ਜਿਹਾ ਕਾਰਜ ਕਰਤਾ ਹੋਊ ਜਿਹੜਾ ਪੁੱਤ ਐ ਕਹਿ ਰਿਹਾ ਮੇਰੀ ਮਾਂ ਤਾਂ ਮਰੀ ਹੋਈ ਹੈ। ਉਹ ਧੀਆਂ ਦੀਆਂ ਸਾਡੇ ਕੋਲੇ ਫੋਟੋਆਂ ਵੀ ਆ ਚੁੱਕੀਆਂ ਵਾ, ਜਵਾਈਆਂ ਦੀਆਂ ਫੋਟੋਆਂ ਵੀ ਸਾਡੇ ਕੋਲੇ ਆ, ਬੱਚੀਆਂ ਇਹਨਾਂ ਦੇ 2 ਧੀਆਂ ਦੀਆਂ ਵੀ ਸਾਨੂੰ ਇਹਨਾਂ ਦੇ ਰਿਸ਼ਤੇਦਾਰਾਂ ਨੇ ਭੇਜੀਆਂ ਫੋਟੋਆਂ, ਇਹਦੇ ਬੇਟੇ ਦੀਆਂ ਵੀ, ਗਾਂ ਸਾਰੇ ਰਿਸ਼ਤੇਦਾਰਾਂ ਨੇ। ਅਸੀਂ ਉਹ ਨਹੀਂ ਚਾਹੁੰਦੇ ਵੀ ਅਸੀਂ ਇਹਨੂੰ ਫੇਸਬੁੱਕ ਤੇ ਡਿਸਪਲੇ ਕਰੀਏ, ਦਿਖਾ ਦਈਏ ਇੱਥੇ ਵੀ ਇੱਦਾਂ ਕਰਕੇ, ਆ ਦੇਖੋ ਜੀ ਇਹਨਾਂ ਦਾ ਪਰਿਵਾਰ ਆ, ਬੇਟਾ ਇਹਨਾਂ ਦਾ, ਇਹਨਾਂ ਦੇ, ਯਾਨੀ ਕਿ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਦਾ ਕੀ ਕਸੂਰ ਆ, ਜਿਹੜੇ ਬਾਕੀ ਪਰਿਵਾਰਕ ਮੈਂਬਰ ਆ ਇਹਨਾਂ ਦੇ ਦੋਤੇ ਦੋਤੀਆਂ, ਪੋਤੇ ਪੋਤੀਆਂ ਦਾ ਕੀ ਕਸੂਰ ਆ। ਕਸੂਰ ਧੀਆਂ ਦਾ ਤੇ ਪੁੱਤ ਦਾ।
ਜਾਣੀ ਕਿ ਮਾਂ ਸਾਤੋਂ ਬਿਲਕਦੀ ਰੋਂਦੀ ਦੇਖ ਨਹੀਂ ਹੁੰਦੀਗੀ। ਇਸ ਕਰਕੇ ਅੱਜ ਫੇਰ ਅਸੀਂ ਤੁਹਾਡੀ ਕਚਹਿਰੀ 'ਚ ਆਏ ਆ। ਅਸੀਂ ਫੇਰ ਬੇਨਤੀ ਕਰਦੇ ਆ ਉਹਨਾਂ ਵੀਰਾਂ ਨੂੰ, ਮਾਤਾ ਰੋ ਨਾ ਬੇਬੇ, ਬੇਬੇ ਉਹ ਮਾਂ ਮੇਰੀ ਮਾਂ ਰੋਇਆ ਨਾ ਕਰ ਤੂੰ। ਗੱਲ ਤਾਂ ਸੁਣ ਲੈ, ਮੈਨੂੰ ਪੁੱਤ ਮੰਨਦੇ ਕਿ ਨਹੀਂ? ਕੁਛ ਮਾੜਾ ਮੋਟਾ ਵੀ ਨਹੀਂ ਮੰਨਦੀ ਆਪਦਾ, ਕੁਛ ਆਪਦਾ ਮਾੜਾ ਮੋਟਾ ਵੀ ਨਹੀਂ ਮੰਨਦੀ ਕੁਛ। ਬੇਬੇ ਕੁਛ ਵੀ ਨਹੀਂ ਮੈਂ ਲੱਗਦਾ ਤੁਹਾਡਾ। ਜਿਹੋ ਜਿਹਾ ਪ੍ਰਾਪਤੀ ਜਿਹੋ ਜਿਹਾ ਤੂੰ ਆ। ਹਾਂ, ਬਸ ਮੈਂ ਠੀਕ ਆ। ਬਸ ਫਿਰ ਉਹ ਮਾਂ ਮੇਰੀ ਰੋਇਆ ਗਲਤੀ ਕਰਕੇ ਨਾ। ਬਸ। ਤੇਰੀਆਂ ਅੱਖਾਂ ਏਡੀ ਏਡੀਆਂ ਸੁੱਜ ਕੇ ਹੋ ਜਾਣਦੇ ਜਾਂਦੀਆਂ, ਹੋ। ਮਾਂ ਅੰਨੀ ਹੋ ਜਾਏਗੀ ਫਿਰ। ਪਹਿਲਾਂ ਹੀ ਨਹੀਂ ਕੋਈ ਸਾਂਭਦਾ, ਮਾਂ ਅੰਨੀ ਹੋਈ ਨੂੰ ਕੀ ਕਰੇਂਗੀ ਤੂੰ? ਦਿਖਣੋਂ ਵੀ ਹਟ ਜੂ ਮੇਰੀ ਮਾਂ। ਡਾਕਟਰ ਨੇ ਵੀ ਅੱਖਾਂ ਵਾਲੇ ਨੇ ਆਹੀ ਗੱਲ ਕਹੀ ਹੈ ਕਿ ਨਹੀਂ ਕਹੀ? ਕਹੀ ਕਿ ਨਹੀਂ? ਦੱਸ ਵੀ ਰੋਣਾ ਨਹੀਂਗਾ, ਕਿਹਾ ਨਹੀਂ? ਤੁਸੀਂ ਰੋਣਾ ਪੱਲੇ ਪਾਇਆ, ਤੁਸੀਂ ਮਾਂ ਤੁਸੀਂ ਮੇਰੀ ਰੋਣਾ ਅਸੀਂ ਪੱਲੇ ਹਾਸਾ ਵੀ ਪਾਇਆ। ਪੱਲੇ ਪਾਉਣਾ ਚਾਹੁੰਦੇ ਆ। ਤੁਸੀਂ ਪੱਲੇ ਪਾਇਆ, ਰੋਣਾ ਪਿੱਟਣਾ ਕਿਉਂ? ਹਾਏ ਹੋਰ ਪੈਸੇ ਦੇ ਨੁਕਸਾਨ ਕਰ ਦਿੰਦੇ, ਇਹ ਘਾਟ ਕਿੱਥੋਂ ਪੂਰੀ ਹੋਊਗੀ? ਕਿਹੜੀ ਘਾਟ ਪੁੱਤ? ਮਾਂ ਪੁੱਤ ਦੀ ਮੇਰੇ ਦੀ, ਹੋਰ ਕਿਹੜੀ? ਕੀ ਹੋ ਗਿਆ ਪੁੱਤ ਨੂੰ ਤੇਰੇ ਨੂੰ? ਨਾ ਕਾਹਨੂੰ ਹੋਇਆ? ਕੀ ਹੋ ਗਿਆ ਮਾਂ? ਦੱਸ। ਮਰ ਗਿਆ ਪੁੱਤ ਤੇਰਾ? ਉਹ ਸਿਰ ਮੇਰਾ ਐ ਚੱਕਰ ਧਾੜੋ ਆ ਪਈ ਆ, ਮੈਂ ਵੇਖ ਲਿਆ, ਮੈਨੂੰ ਭੁੱਲਣ ਵਾਲਾ ਹੈ ਨਹੀਂਗਾ। ਕਿਹੜਾ ਪੁੱਤ ਤੇਰਾ? ਮੈਨੂੰ ਨਿੱਕੇ ਜਿਹੇ ਜਵਾਕਾਂ ਨੂੰ ਜਿਵੇਂ ਲੋਰੀਆਂ ਮਾਵਾਂ ਦਿੰਦੀਆਂ, ਉਹ ਬੜਿਆਈਆਂ ਕਰਨ ਦੀ ਕੋਈ ਲੋੜ ਨਹੀਂ ਹੁਣ। ਨਹੀਂ ਮਾਤਾ ਕਿਹਨੇ, ਕਿਹੜਾ ਪੁੱਤ ਤੇਰਾ, ਕਿਹੜਾ ਪੁੱਤ ਮਰ ਗਿਆ ਤੁਸੀਂ? ਹਾਏ ਉਹੀ ਪਿਆ ਸੀਗਾ ਜਿਹੜਾ ਦੋ ਬੇੜਾਂ ਦੇ ਵਿੱਚੋਂ ਖੱਟੀ ਖੱਟੀ ਸੀਗੀ। ਉਹ ਪਿਓ ਦਾਦੇ ਤਾਂ ਉਹਨੂੰ ਸ਼ਹਿਰ ਦੇ ਵਿਚਾਲੇ ਬਿਠਾ ਗਏ ਸੀਗੇ। ਹਾਏ ਬਈ ਇਹਨੂੰ ਪਿੱਛੋਂ ਫਿਕਰ ਨਾ ਰਵੇ, ਉਹ ਸ਼ਹਿਰ ਦੇ ਵਿੱਚੋਂ ਵੀ ਕੱਢ ਕੇ ਮਾਰਤਾ। ਹਾਏ ਕਿਹਨੇ ਮਾਰਤਾ ਮਾਂ? ਮੈਂ ਤਾਂ ਇੰਨੀਆਂ ਗੱਲਾਂ ਨਾ ਖਵਾਵੋ, ਇੰਨੀਆਂ ਗੱਲਾਂ ਖਵਾਉਣ ਦੀ ਕੋਈ ਲੋੜ ਨਹੀਂ। ਨਹੀਂ ਸੁਖਵੀਰ ਮਾਰਤਾ? ਮਾਰਤਾ ਮਾਰਤਾ ਮਾਰਤਾ। ਹਾਏ ਮੇਰੇ ਕੋਲ ਬੈਠੀ ਨੇ ਦਾੜੀ ਛੇਪ ਕਰਤੀ, ਥੇਲੀ ਵਰਗਾ ਉਹਦਾ ਮੂੰਹ ਹੋਇਆ ਵਾ, ਉਂਗਲਾਂ ਧਰ ਕੇ ਮੈਨੂੰ ਵਿਖਾਵੇ ਵੀ ਇਹਨੂੰ ਪਤਾ ਨਹੀਂ ਲੱਗਦਾ। ਮੁੜ ਕੇ ਭੱਜਿਆ ਗਿਆ ਜਾਂ ਮਗਰ ਗਈ ਇਹਦੀਆਂ ਲੱਤਾਂ ਘੁੱਟਾਂ। ਉਹ ਕੱਪੜੇ ਧੋਣ ਵਾਲੇ ਨੂੰ ਹਜੇ ਪੁੱਛ ਲਓ। ਮੈਂ ਕਿਹਾ ਵੀਰੇ ਕਾਕਾ ਕਿੱਥੇ ਆ? ਮੈਂ ਲੱਤਾਂ ਘੁੱਟ ਦਿਆਂ। ਉਹਨੇ ਖੋਪੜੀ ਚੱਕ ਕੇ ਸਰਦੀ ਐ ਹੱਥ ਤੇ ਵਿਖਾਤੀ ਤੇ ਧੜ ਆ ਪਈ ਆ। ਜਦੋਂ ਮੈਂ ਉੱਥੇ ਟੂਟੀਆਂ ਤੇ ਜਾਂਦੀ ਆ, ਮੈਂ ਰੋਂਦੀ ਪਿੱਟਦੀ ਆਉਣੀ ਆ। ਨਾ ਮਾਂ ਮੇਰੀ ਐ ਨਾ ਕਹਿ ਰੋ ਨਾ। ਐ ਨਹੀਂ ਕਹਿਣਾ, ਮੇਰੀ ਪਰੇ ਮਾਂ ਹੋਇਆ ਨੀ ਤੂੰ, ਪਰੇ ਮੇਰੀ ਹੋਇਆ ਮਾਂ ਨੀ ਗਈਆਂ ਤੂੰ। ਖੱਟੀਆਂ ਖੱਟੀਆਂ। ਮੇਰੀ ਮਾਂ ਨਹੀਂ ਤੂੰ। ਫਿਰ ਦੇਖ ਲੈ ਬੇਬੇ ਤੂੰ ਹੁਣੇ ਕਹਿ ਗਏ ਭਰਾ ਭਤੀਜਿਆਂ ਵਰਗਾ ਮੈਂ ਤੇਰੇ, ਫਿਰ ਤੂੰ ਧੱਕੇ ਮਾਰਦੀ ਪੁੱਤ। ਜ਼ੁਲਮ ਕਮਾਇਆ ਜਿਹੜਾ ਜ਼ੁਲਮ ਕਮਾਤਾ, ਇਹਨੇ ਬਹੁਤ ਫਰਕ ਪਾ। ਨਹੀਂ ਮਾਂ ਸੁਖਵੀਰ ਜਿਉਂਦਾ ਵਾ, ਮੈਂ ਨਹੀਂ ਮਾਰਿਆ ਮਾਂ ਸੁਖਵੀਰ ਨੂੰ। ਜਿਉਂਦਾ ਬੇਬੇ ਉਹ, ਮੈਂ ਤੁਹਾਨੂੰ ਮਿਲਾ ਕੇ ਲੈ ਕੇ ਆਉਂਗਾ। ਫਿਰ ਯਕੀਨ ਆ ਜੂ ਜੇ ਜਿਉਂਦੇ ਨੂੰ ਦੇਖ ਲੈ। ਜਮਾ ਹੀ ਨਹੀਂ। ਜੇ ਜਿਉਂਦੇ ਨੂੰ ਦੇਖ ਲਵਾਂਗੇ ਫਿਰ ਯਕੀਨ ਆ ਜੂ। ਨਹੀਂ ਜਿਉਂਦਾ, ਮੈਂ ਖੋਪਰੀ ਅੱਡ ਚੱਕ ਲਈ, ਧੜ ਅੱਡ ਪਈ ਆ। ਮੈਨੂੰ ਬੁੱਧੂ ਨਾ ਬਣਾਬੂ ਮਾਂ। ਜੇ ਤੂੰ ਦੇਖ ਲੈ ਮੈਂ ਜਿਉਂਦੇ ਨੂੰ, ਫਿਰ ਯਕੀਨ ਆ ਜੂ। ਮੈਨੂੰ ਜੱਗ ਤੇ ਜਿਉਣ ਦੀ ਕੋਈ ਲੋੜ ਨਹੀਂ। ਜਦੋਂ ਮੇਰਾ ਪੁੱਤ ਉੱਠ ਗਿਆ ਜੱਗੋਂ, ਹਾਏ ਉਹ ਕਦੇ ਕੋੜੇ ਬੋਲ ਕਰ ਜਾਂਦਾ, ਫਿਰ ਵੀ ਮੈਨੂੰ ਭੁੱਲ ਜਾਂਦਾ। ਹਾਏ ਕਹਿਣਾ ਮੈਂ ਕਾਸੇ ਦੀ ਪਰਵਾਹ ਨਹੀਂ ਛੱਡਦਾ, ਜਿੰਨੇ ਮਰਜ਼ੀ ਐਂ ਕਰੀ ਚੱਲ, ਐਂ ਕਰੀ ਚੱਲ। 17 ਦਿਨ ਪੱਟਾਂ 'ਚ ਬਹਿ ਕੇ ਹਾਏ ਮੂੰਹ ਪੜੇਸੀ ਜਾਣਾ, ਬੁੱਲ ਜੁੜੇ ਪਏ। ਜਦ ਮੈਂ ਆਈ ਆ 17 ਦਿਨ ਆਈ ਨੂੰ ਹੋਏ ਤੇ ਜਿੱਦੇ ਮੇਰੇ ਮੂਹਰੇ ਸਾਰਾ ਕੁਝ ਵਿਖਾਤਾ। ਮੈਂ ਨਹੀਂ ਮੰਨਦੀ, ਮੈਂ ਵੇਖ ਲਿਆ ਅੱਖੀ ਸਭ ਕੁਝ। ਹਾਏ ਜੀ ਇਹ ਉਹ ਮਾਂ ਵਾ ਜੀ, ਕਰਮਾਂ ਦੀ ਮਾਰੀ। ਉਹਨੇ ਦੁਖੀਆਂ ਆ ਕੇ ਅੱਜ ਲੱਖਾਂ ਧੀਆਂ ਰੋਂਦਾ ਤੈਨੂੰ। ਪਰਮਿੰਦਰ ਤੇ ਰੁਪਿੰਦਰ ਦੋ ਭੈਣਾਂ ਜਿਹੜੀਆਂ ਸਾਡੀਆਂ ਇਸ ਮਾਂ ਦੀਆਂ ਧੀਆਂ ਸੀ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ, ਪੈਸਾ ਕੀ ਕਰੋਗੇ ਜੇ ਮਾਂ ਹੀ ਸੜਕਾਂ ਤੇ ਰੁਲਦੀ ਫਿਰਦੀ ਆ? ਕੋਈ ਸੜਕਾਂ ਤੇ ਨਹੀਂ ਮਾਰ ਰੁਲਦੀ, ਅੱਜ ਕੋਈ ਭੇਜ ਨਹੀਂ ਦਿੰਦੇ ਆ ਰੁਲਦੀ। ਮਾਂ ਆ ਨੂੰ। ਗੱਲ ਨਾ ਕਹਿ। ਰੋਜ਼- ਜਿੰਨਾ ਚਿਰ ਭਰਾ ਭਤੀਜਾਂ ਕੋਲ ਸੀ, ਉਹਨਾਂ ਨੇ ਵੀ ਫੁੱਲਾਂ ਵਾਂਗੂ ਰੱਖੀ। ਇਹ ਗੱਲ ਨਹੀਂ ਮੈਂ ਕਹਿੰਦੀ, ਠੀਕ ਆ ਉਹੀ ਮਾਂ। ਕਿਤੇ ਕਿਤੇ ਮੈਨੂੰ ਮਾਰ ਜਾਂਦਾ ਉਹਨਾਂ ਦਾ। ਹਾਏ, ਹੁਣ ਮਾਂ ਤੈਨੂੰ ਕਿੱਥੇ ਭੇਜੀਏ ਦੱਸੋ? ਕਿੱਥੇ ਭੇਜੀ? ਆਪਦੇ ਘਰੇ ਜਾਊਂਗੀ, ਕਿੱਥੇ ਮਾਂ? ਆਪਦੇ ਘਰੇ ਜਾਊਂਗੀ। ਨਹੀਂ ਕਿੱਥੇ, ਕਿਹੜੇ ਘਰ? ਜਗਰਾਉਂ ਸ਼ਹਿਰ 'ਚ ਜਿਹੜਾ ਘਰ? ਕਿੱਥੇ ਮਾਂ ਦੱਸੋ, ਮੈਂ ਉੱਥੇ ਛੱਡਿਆ ਉਹਨਾਂ ਮੈਂ ਨਾ। ਦੱਸੋ ਕਿੱਥੇ ਛੱਡ ਕੇ ਆਵਾਂ? ਕੇਰਾਂ ਤਾਂ ਰੋਣਾ ਪਿੱਟਣਾ, ਸਾਰੇ ਰਿਸ਼ਤੇਦਾਰਾਂ ਨੇ ਆਉਣਾ ਜਿਹੜੇ ਅੱਜ ਤਾਨੇ ਮਿਹਣੇ ਮਾਰਦੇ ਆ ਮੈਨੂੰ, ਜਿਹੜੇ ਤਾਨੇ ਮਿਹਣੇ ਮਾਰਦੇ ਆ। ਹੁਣ ਆਪਾਂ ਕਿੱਥੇ ਚੱਲੀਏ ਜੇ ਜਾਣਾ ਹੋਵੇ ਆਪਾਂ? ਹਾਏ ਹੈ ਮਾਂ? ਮੈਂ ਆਪਦੇ ਘਰੇ ਜਾਊਂ ਪਹਿਲਾਂ। ਹਾਂ ਕਿੱਥੇ? ਧੋਥਣਾ ਜਾਣਾ ਕਿ ਕਰਨੈਲ ਗੇਟ ਜਾਣਾ? ਧੋਥੜੀ ਕਾਹਤੇ ਜਾਣਾ ਮੈਂ? ਹਾਂ ਕਿੱਥੇ? ਧੋਥੜੀ ਕਿੱਥੇ ਜਾਣਾ? ਕਿੱਥੇ ਜਾਣਾ ਦੱਸੋ ਫਿਰ? ਅੱਜ ਮੈਂ ਉੱਥੇ ਫਰਕ ਪਾ ਕੇ ਬਹਿ ਜਾ, ਜਿਵੇਂ ਉਹਨਾਂ ਦੀ ਫਿਰ ਰਾਏ ਹੋਊ, ਜਿਵੇਂ ਕਰਨਗੇ ਠੀਕ ਆ। ਨਾ ਕਰਨਗੇ ਮੈਨੂੰ ਪੈਸਾ ਵੀ ਖਾਣ ਜੋਗਾ ਦੇ ਗਿਆ, ਮੈਂ ਜਿੰਦਾ ਖੋਲੂਗੀ ਜਾ ਕੇ। ਉਹ ਨਹੀਂ ਸੀ ਮੁੰਡਾ ਖੋਲਣ ਦਿੰਦਾ। ਮੈਂ ਅਫਸਰ ਲੱਗਿਆ, ਲੋਕ ਕਹਿਣਗੇ ਮਾਂ ਰੋਲਦੀ ਆ, ਤੇਰੇ ਪੁੱਤ ਐਡਾ ਅਫਸਰ ਆ। ਇਹ ਨਹੀਂ ਸੀ ਪਤਾ ਮਾਂ ਰੋਲਦੀ ਨਹੀਂ ਵੇਖਣੀ। ਨਹੀਂ ਕਿਹੜਾ ਜਿੰਦਾ ਖੋਲੋਗੇ ਮਾਂ? ਕਿੱਥੇ ਜਾ ਕੇ? ਕਿਹੜੇ ਪਿੰਡ? ਉਹ ਮਾਂ ਉਹ ਕਿਸੇ ਪਿੰਡ ਨਹੀਂ ਪੁੱਤ, ਬਸ ਜਾਉਂਦੇ ਤੇ ਬਸ। ਮਾਂ ਮੈਨੂੰ ਦੱਸੋ ਸੀ ਕਿੱਥੇ ਛੱਡ ਕੇ ਗਈ ਤੁਹਾਨੂੰ? ਹਾਏ ਕਿੱਥੇ ਛੱਡ ਕੇ ਗਈ ਦੱਸੋ ਮਾਂ? ਮੈਨੂੰ ਜਗਰਾਉਂ ਵਾਲੀ ਬੱਸ ਚੜਾ ਲਓ, ਮੈਂ ਆਪੇ ਜਾ ਵੜੂ।
ਮਾਂ ਜੇ ਅਸੀਂ ਖੁਸ਼ੀਆਂ ਦਾ ਛੱਡਣਾ ਹੁੰਦਾ ਉਹ ਹੋਰ ਸੀ। ਨਹੀਂ ਮਾਂ ਅਸੀਂ ਐ ਬਸ ਤਾਂ ਨਹੀਂ ਤੈਨੂੰ ਇਸ ਬੁੱਢੇ ਬਾਰੇ ਚੜਾਉਣਾ। ਮੈਨੂੰ ਕੁਛ ਨਹੀਂ ਹੋਇਆ, ਮੈਂ ਦੇਸ਼ ਪ੍ਰਦੇਸ਼ ਜਾਇਆ ਨਹੀਂ, ਮੈਨੂੰ ਸੱਟ ਲਾਤੀ ਜਿਹੜੀ ਮੇਰੇ ਪੁੱਤ ਦੀ ਐਡੇ ਅਫਸਰ ਪੁੱਤ ਦੀ ਕਿੱਥੇ ਦਾਦੇ ਨੇ ਪਹੁੰਚਾਇਆ ਪੜ੍ਹਾਈ ਕਰਕੇ। ਹਾਏ। ਇਹਦੇ ਫਾਦਰ ਸਾਹਿਬ ਕੀ ਕਰਦੇ, ਤੁਹਾਡੇ ਹਸਬੰਡ ਕੀ ਕਰਦੇ ਸੀ ਮਾਤਾ? ਹਾਂ ਆ ਬੱਤਕਾਂ ਨੂੰ ਵੀਰੇ ਉਧਰ ਕਰ ਦੋ ਮਾੜਾ ਜਿਹਾ, ਦੇਖ ਲਓ ਬੱਤਕਾਂ ਨੂੰ। ਉਹ ਪਤਾ ਤਾਂ ਹੈਗਾ ਸਟੇਸ਼ਨ ਮਾਸਟਰ ਰੇਲਵੇ 'ਚ ਲੱਗਾ ਹੋਇਆ। ਰੇਲਵੇ ਚ ਕੀ ਨਾਂ ਸੀ ਮਾਤਾ ਜੀ ਉਹਨਾਂ ਦਾ? ਅੱਗੇ ਦੱਸਿਆ ਤਾਂ ਹੈਗਾ ਕੁਲਦੀਪ ਸਿੰਘ। ਕੁਲਦੀਪ ਸਿੰਘ ਤਤਲਾ। ਆਹੋ। ਠੀਕ ਆ ਮਾਂ, ਇੱਥੇ ਜਾਣੀ ਕਿ ਸਟੇਸ਼ਨ ਮਾਸਟਰ ਸੀਗੇ ਉਹ, ਉਹਨਾਂ ਥਾਂ ਥਾਂ ਤੇ ਕਾਫੀ ਥਾਂ ਡਿਊਟੀ ਰਹੀ ਉਹਨਾਂ ਦੀ। ਤੁਹਾਡੇ ਬੱਚੇ ਕਿੰਨੇ ਸੀ ਮਾਤਾ? 3 ਬੱਚੇ ਆ ਨਾ ਤੁਹਾਡੇ? 2 ਬੇਟੀਆਂ ਇੱਕ ਬੇਟਾ ਹੈ ਮਾਂ? ਹਾਏ ਹੈ ਮਾਂ? ਇੱਕ 7 ਦਿਨਾਂ ਦੀ ਬੇਟੀ ਮਰ ਗਈ ਸੀ। ਅੱਛਾ ਹਤਾ ਦੀ ਵੀ death। ਉਹ ਸਭ ਤੋਂ ਵੱਡੀ ਸੀ? ਨਾ ਹੂੰ ਛੋਟੀ ਸੀ। ਇਹ ਸਭ ਤੋਂ ਛੋਟੀ ਸੀ ਮਾਂ। ਤੇ ਇਹਨਾਂ ਨੂੰ ਬੱਚਿਆਂ ਨੂੰ ਪਾਲਿਆ ਕਿਹਨੇ ਮਾਂ? ਸਾਰਿਆਂ ਨੇ ਪਾਲਿਆ, ਸਾਰਿਆਂ ਨੇ ਪਾਲਿਆ। ਜੋ ਘਰ ਵਾਲੇ ਦਾ ਹੁਕਮ ਹੁੰਦਾ ਸੀ ਤੇ ਉਹ ਬੈਠੀ ਸੀਗੀ ਜਿਉਂਦੀ, ਉਹਦਾ ਸੀ ਆਪਣਾ ਨੁਕਸਾਨ ਨਾ ਕਰਦੇ, ਹੋਰ ਤਾਂ ਨਹੀਂ ਸੀ ਸਾਡੀ ਕੋਈ ਲੜਾਈ ਹੋਈ। ਉਹਦੇ ਤੋਂ ਲਫ਼ਜ਼ ਜਿਵੇਂ ਇੱਥੇ ਲਾਉਂਦੇ ਆ, ਉਹਦੇ ਤੋਂ ਲਫ਼ਜ਼ ਇਹ ਹੁੰਦੇ ਸੀ, ਮੈਨੂੰ ਸਾਰੀ ਦੁਨੀਆ ਸਿਖਾ ਲੇ, ਮੈਂ ਨਹੀਂ ਕਿਸੇ ਦੇ ਮਗਰ ਲੱਗ ਕੇ ਕਹੂੰਗਾ ਵੀ ਤੁਹਾਡੇ ਵਿੱਚ ਆਹ ਕਸੂਰ ਆ। ਉਹਦੇ ਮਾਰੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਸੀਗੇ, ਜਿਵੇਂ ਕਹਿ ਦਿੰਦੇ ਸੀ ਉਵੇਂ ਦਿਨ ਕੱਟੀ ਜਾਂਦੀ ਸੀ। ਉਹੀ ਜਿਹੜੇ ਗੱਲੋਂ ਡਰਦੇ ਸੀ ਉਹ ਫੇਰ ਪੇਸ਼ ਆ ਗਈ। ਕੀ ਅੱਛਾ ਜੇ ਕਿਉਂ ਕਹਿੰਦੇ ਆ ਬਾਰ-ਬਾਰ, ਕੀ ਰਹਿ ਕੀ ਗਿਆ? ਹੋਰ ਘਾਟ ਪੈ ਜਾਂਦੀ, ਪੈਸੇ ਦਾ ਨੁਕਸਾਨ ਹੋ ਜਾਂਦਾ, ਜ਼ਮੀਨ ਦਾ ਹੋ ਜਾਂਦਾ, ਚੱਲ ਲੈਂਦੇ। ਇਹ ਘਾਟ ਸਾਨੂੰ ਕਦੇ ਪੂਰੀ ਨਹੀਂ ਹੋਣੀ। 7 ਦੋਤੀਆਂ ਉਹਦੇ ਪੁੱਤ, ਕੱਲ ਨੂੰ ਵਿਆਹ ਹੋਣ ਵਾਲਿਆ, ਕਿੱਥੋਂ ਮਾਮਾ ਭਾਲਣਗੇ, ਕਿੱਥੋਂ ਚੌਂਕੀ ਕੌਣ ਲਾਊਗਾ? ਦੋ ਦੋਤੀਆਂ ਦਾ ਵੀ ਫਿਕਰ ਆ, ਉਹਨੂੰ ਚੌਂਕੀ ਕੌਣ ਲਾਊਗਾ? ਦੇਖ ਲਓ ਕਮਾਈ ਕਰਦੇ ਨੌਕਰੀ ਕਰਦੀਆਂ ਨੇ। ਉਹਨਾਂ ਨੂੰ ਫਿਕਰ ਹੀ ਨਹੀਂ। 25 ਸਾਲ ਦੀ ਆ ਦੋਤੀ, ਵੱਡੀ ਕੁੜੀ ਦੀ ਕੁੜੀ। ਉਹਦਾ ਵੀ ਫਿਕਰ ਆ ਨਾਨੀ ਨੂੰ, ਪਰ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਨਾਨੀ ਦਾ ਫਿਕਰ, ਪਤਾ ਨਹੀਂ ਕਿਉਂ ਨਹੀਂ ਉਹਨਾਂ ਨੂੰ ਨਾਨੀ ਮਾਂ ਦਿਖਦੀ, ਪਤਾ ਨਹੀਂ ਕਿਉਂ ਨਹੀਂ ਉਹਨਾਂ ਨੂੰ ਨਾਨੀ ਮਾਂ ਬਾਰੇ ਪਤਾ ਲੱਗਿਆ। ਉਹ ਮੇਰੇ ਨਾਲ ਬਥੇਰਾ ਕਰਦੀਆਂ, ਮੈਂ ਕਸੂਰਵਾਰ ਆ। ਜਦੋਂ ਹੁਣ ਮੇਰੇ ਪੁੱਤ ਮਰੇ ਨੂੰ ਇੰਨਾ ਚਿਰ ਹੋ ਗਿਆ, ਸਾਰੇ ਅੰਗ ਸਾਕਾ ਮੁੜ ਗਏ ਮੈਨੂੰ, ਅੱਜ ਤਾਨੇ ਮੈਨੇ ਮਿਲਦੇ, ਮੈਂ ਮੂੰਹ ਨਾ ਦਿਖਾ ਸਕੀ, ਮੈਂ ਆਪਦੀਆਂ ਧੀਆਂ ਨੇ ਦੁੱਖ ਨਾ ਸੁਣ ਸਕੀ। ਉਹ ਨਹੀਂ ਮੈਨੂੰ ਕੌੜਾ ਬੋਲੀਆਂ, ਨਾ ਕੁੜੀਆਂ ਨਾ ਜਮਾਈ, ਕੋਈ ਨਹੀਂ ਬੋਲੇ। ਮੈਨੂੰ ਆਹੀ ਘਾਟ ਮਾਰਦੀ ਹੈ, ਮੇਰਾ ਪੁੱਤ ਵੀ ਮੈਨੂੰ ਕੌੜੇ ਬੋਲ ਕਰ ਜਾਂਦਾ। ਅੱਜ ਜਾਨੀ ਕਿ ਅਸੀਂ ਤੁਹਾਡੇ ਸਾਹਮਣੇ ਬੇਨਤੀ ਲੈ ਕੇ ਆਏ ਆ, ਫਿਰ ਜਿਹੜੇ ਵੀਰਾਂ ਨੇ ਭੈਣਾਂ ਨੇ ਪਹਿਲਾਂ ਵੀ ਫੋਨ ਕੀਤੇ ਸੀ ਉਸ ਦਿਨ ਵੀਡੀਓ ਦੇਖ ਕੇ ਮਾਤਾ ਜੀ ਦੀ, ਜਿਹੜੇ ਮਾਤਾ ਜੀ ਦੇ ਬੇਟੇ ਦੇ ਕੁਲੀਗ ਆ ਉਹ, ਜਾਂ ਜਿਹੜੇ ਆਂਢ ਗੁਆਂਢ ਦੇ ਵੀਰ ਭੈਣ ਆ, ਉਹਨਾਂ ਨੇ ਵੀ ਕਾਫੀ ਭੈਣਾਂ ਭਰਾਵਾਂ ਨੇ ਫੋਨ ਕੀਤਾ, ਰਿਸ਼ਤੇਦਾਰਾਂ ਨੇ ਕਾਫੀ ਭੈਣ ਭਰਾਵਾਂ ਨੇ ਫੋਨ ਕੀਤਾ ਸੀਗਾ, ਜਿਨ੍ਹਾਂ ਨੇ ਸਾਨੂੰ ਫੋਟੋਆਂ ਵੀ ਭੇਜੀਆਂ, ਉਹਨਾਂ ਦੇ ਸਾਰਿਆਂ ਦੇ ਐਡਰੈਸ ਫੋਨ ਨੰਬਰ ਵੀ ਸਾਡੇ ਕੋਲੇ ਹੈਗੇ ਆ, ਪਰ ਅਸੀਂ ਕਿਸੇ ਨੂੰ ਹਜੇ ਤੱਕ ਕਾਲ ਨਹੀਂ ਕੀਤੀ, ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਸੀਗੇ ਵੀ ਅਸੀਂ ਉਹਨਾਂ ਨੂੰ ਦੱਸੀਏ। ਉਹਨਾਂ ਨੂੰ ਪਤਾ ਵਾ, ਕਿਉਂਕਿ ਰਿਸ਼ਤੇਦਾਰਾਂ ਨੇ ਸਾਨੂੰ ਦੱਸਿਆ ਵੀ ਅਸੀਂ ਉਹਨਾਂ ਨੂੰ ਫੋਨ ਕੀਤੇ ਆ, ਉਹਨਾਂ ਨੇ ਵੀਡੀਓ ਦੇਖੀਆਂ ਹੋਈਆਂ, ਬੇਟੀਆਂ ਨੇ ਵੀ ਦੇਖੀਆਂ ਹੋਈਆਂ, ਬੇਟੇ ਨੇ ਵੀ, ਨੂੰਹਾਂ ਨੇ ਵੀ, ਸਾਰਿਆਂ ਨੇ। ਉਹ ਖੁਦ ਉਹਨਾਂ ਨੂੰ ਇਸ ਗੱਲ, ਅਸੀਂ ਨਹੀਂ ਚਾਹੁੰਦੇ ਵੀ ਅਸੀਂ ਉਹਨਾਂ ਨੂੰ ਕਹੀਏ ਤਾਂ ਉਹਨਾਂ ਨੂੰ ਸ਼ਾਇਦ ਇਸ ਗੱਲ, ਸਾਡੀ ਦੱਸੀ ਹੋਈ ਗੱਲ ਨਾ ਸਮਝ ਆਵੇ। ਡਾਕਟਰਾਂ ਨੇ ਅੱਜ ਇਹ ਗੱਲ ਕਹੀ ਹੈ ਸਾਨੂੰ ਵੀ ਜਿੰਨਾ ਚਿਰ ਮਾਤਾ ਦੇ ਦਿਮਾਗ ਚੋਂ ਛੇਤੀ ਤੋਂ ਛੇਤੀ ਆ ਕੱਢੀ ਨਹੀਂ ਜਾਂਦੀ ਗੱਲ ਵੀ ਇਦਾਂ ਖੋਪੜੀ ਚੱਕੀ, ਧੜ ਪਈ, ਪੁੱਤ ਮਰ ਗਿਆ, ਉਨਾ ਜ਼ਿਆਦਾ ਨੁਕਸਾਨ ਹੋ ਰਿਹਾ। ਜਿੰਨਾ ਲੇਟ ਹੋਵਾਂਗੇ ਉਨਾ ਜ਼ਿਆਦਾ ਨੁਕਸਾਨ ਹੋਊਗਾ, ਕਿਉਂਕਿ ਇਹਦੇ ਨਾਲ ਬ੍ਰੇਨ ਹੈਮਰੇਜ ਵੀ ਹੋ ਸਕਦਾ ਮਾਤਾ ਜੀ। ਇਹ ਤਕਲੀਫ ਵੱਧਦੀ ਇੰਨੀ ਜ਼ਿਆਦਾ ਵੱਧ ਜੂਗੀ ਵੀ ਸ਼ਾਇਦ ਮਾਤਾ ਮੁੜ ਕੇ ਕਦੇ ਵੀ ਇਦਾਂ ਆਪਣੇ ਆਪ ਨੂੰ ਨੋਰਮਲ ਲਾਈਫ ਦੇ ਵਿੱਚ ਨਾ ਲੈ ਕੇ ਆਵੇ। ਤੇ ਅਸੀਂ ਤਾਂ ਅੱਗੇ ਵੀ ਬੇਨਤੀਆਂ ਕਰਦੇ ਰਹਿੰਦੇ ਹਾਂ, ਅਕਸਰ ਹੁਣ ਫਿਰ ਬੇਨਤੀ ਕਰਦੇ ਹਾਂ ਇੱਕ ਵਾਰ ਵੀ ਪਲੀਜ਼ ਮਾਤਾ ਨੂੰ ਇੱਕ ਵਾਰੀ ਪੁੱਤ ਦੇ ਨਾਲ ਆਮਣੋ ਸਾਹਮਣਾ ਤਾਂ ਕਰਾ ਦਿਓ। ਆਹ ਗੱਲ ਨਹੀਂ ਪੁੱਤ ਕਹਿਣੀ, ਇਹ ਗੱਲ ਨਹੀਂ ਕਹਿਣੀ। ਮੈਂ ਅੱਖੀਂ ਸਭ ਕੁਝ ਵੇਖ ਲਿਆ ਹੁੰਦਾ, ਤੁਸੀਂ ਇਹ ਵੀ ਨਹੀਂ ਵੇਖਿਆ ਵਾ ਵੀ ਤਪੀ ਮਾਂ ਨੂੰ ਤਪਾਉਨੇ ਆ। ਮੇਰੇ ਕੋਲ ਹੁੰਦੀ ਤੇ ਪੁੱਤ ਨੂੰ ਵੱਢਿਆ ਤੁਸੀਂ। ਮੈਂ ਸਭ ਕੁਝ ਵੇਖ ਲਿਆ, ਮੈਨੂੰ ਇਹ ਭੁਲਾਉਣੀਆਂ ਨਾ ਦਿਓ। ਮਰ ਜੂ ਤਾਂ ਮੈਂ ਜੀ ਕੇ ਕੀ ਕਰਨਾ ਹੁਣ ਜਿਉਂ ਕੇ ਕੀ ਕਰਨਾ ਮੈਂ। ਬਾਕੀ ਸਾਰਾ ਕੁਝ ਦੇਖ ਲਈਦਾ ਜੀ, ਕੀੜੇ ਵੀ ਕੱਢ ਲਈਦੇ ਇਨਸਾਨਾਂ ਦੇ, ਵੱਡੇ ਵੱਡੇ ਜ਼ਖਮਾਂ ਨੂੰ ਵੀ ਪੱਟੀਆਂ ਕਰ ਲਈਦੀਆਂ, ਪਰ ਮਾਂ ਦਾ ਦੁੱਖ ਨਹੀਂ ਦੇਖ ਹੁੰਦਾ। ਮਾਂ ਦੀਆਂ ਐਡੀਆਂ ਸੁੱਜੀਆਂ ਹੋਈਆਂ ਅੱਖਾਂ ਦੇਖ ਨਹੀਂ ਹੁੰਦੀਆਂ, ਘਟਦੀ ਹੋਈ ਅੱਖਾਂ ਦੀ ਰੋਸ਼ਨੀ ਬਰਦਾਸ਼ਤ ਨਹੀਂ ਹੁੰਦੀ।
ਕਈ ਵਾਰੀ ਲਫ਼ਜ਼ ਖਤਮ ਹੋ ਜਾਂਦੇ ਆ, ਅਹਿਸਾਸ ਆ ਜਿਹੜਾ ਉਹ ਹਾਵੀ ਹੋ ਜਾਂਦਾ ਦਿਲ ਦੇ ਉੱਪਰ ਇਸ ਚੀਜ਼ ਦਾ ਵੀ ਸਾਡੀ ਮਾਂ ਮੇਰੇ ਲਫ਼ਜ਼ ਸਾਡੇ ਛੋਟੇ ਪੈ ਜਾਂਦੇ ਆ। ਬਸ ਇਹਨਾਂ ਨੂੰ ਜਜ਼ਬਾਤਾਂ ਨੂੰ ਸਮਝ ਕੇ ਨਾ ਇਸ ਗੱਲ ਨੂੰ ਪਲੀਜ਼ ਕੋਸ਼ਿਸ਼ ਕਰਿਓ ਜ਼ਰੂਰ। ਇਸ ਮਾਂ ਦੇ ਅੱਖਾਂ ਦੇ ਹੰਝੂਆਂ ਨੂੰ ਰੋਕ ਸਕੀਏ ਆਪਾਂ, ਬਸ ਨਾ ਲੈ ਕੇ ਜਾਣ, ਮਿਲ ਹੀ ਜਾਣ, ਦੇਖ ਹੀ ਜਾਣ, ਇੱਕ ਵਾਰੀ ਆ ਕੇ ਪ੍ਰਵਾਸ ਹੀ ਦੇ ਜਾਣ ਆਪਣੀ ਮਾਂ ਨੂੰ ਵੀ ਮਾਂ ਅਸੀਂ ਹੈਗੇ ਹਾਂ। ਹਾਏ ਮੈਨੂੰ ਰੋਜ਼ ਸੱਜਰਾ ਜਿੱਥੇ ਤੱਕ ਵੇਖਿਆ ਸੀ ਜਦੋਂ ਮੂੰਹ ਧੋਣ ਤੜਕੇ ਜਾਂਦੀ ਆ ਵੀ ਇੱਥੇ ਪਿਆ ਸੀ ਅੱਜ ਮਾਂ ਫਿਰ ਕਦੋਂ ਲੈ ਕੇ ਗਏ ਉਹ ਆ ਕੇ? ਕੌਣ ਲੈ ਕੇ ਗਿਆ ਆ ਕੇ ਉਹਨੂੰ? ਇੱਥੋਂ ਕੌਣ ਲੈ ਕੇ ਗਿਆ ਕਿ ਤੈਨੂੰ ਮਿਲੇ ਨਹੀਂ ਫਿਰ ਉਹ? ਮੈਨੂੰ ਇੰਨੀਆਂ ਗੱਲਾਂ ਨਹੀਂ ਮੈਨੂੰ ਆਉਂਦੀਆਂ ਫਿਰ ਉਹੀ ਕਹਿੰਦਾ ਮਾਂ ਤੇਰੇ ਦਿਮਾਗ 'ਚੋਂ ਇਹ ਵਹਿਮ ਕੱਢਣਾ ਆਪਾਂ। ਨਹੀਂ ਇਹ ਨਿਕਲਣ ਵਾਲਾ ਹੀ ਇਹ ਨਹੀਂ ਵਹਿਮ ਆ ਮਾਂ, ਜਿਉਂਦਾ ਵੀ ਹੈਗਾ ਸੁਖਬੀਰ ਵੀਰਾ ਜਿਉਂਦਾ ਜਿਉਂਦਾ ਰਹਿਣ ਦੋ ਜਿਉਂਦਾ ਉਹ। ਮੇਰੀ ਮਾਂ ਨਹੀਂ ਹਾਏ ਅੱਖੇ ਹਾਏ ਨਿਕਲ ਮੈਂ ਤਾਂ ਰੋਂਦੀ ਪਿੱਟਦੀਆਂ ਪਰਦੇਸ ਗਿਆ ਹੋਵੇ ਕਾਮਾ ਹੱਥ ਸੁਨੇਹੇ ਭੇਜ। ਹਾਏ ਕਿ ਤੇਰੇ ਬਾਝ ਪਿਆਰਿਆ ਪੁੱਤਰਾ ਵੇ ਸੁਣਨਾ ਭਾਸਦਾ ਸਾਰਾ ਦੇਸ਼ ਮੈਨੂੰ ਜਿੰਨੇ ਮਰਜ਼ੀ ਕਰੀ ਜਾਣ ਉਹ ਨਹੀਂ ਭੁੱਲਦਾ ਸਾਹ ਨਾ। ਇੱਥੋਂ ਮੈਨੂੰ ਦੂਰ ਕਰੋ, ਮੈਂ ਉਹ ਥਾਂ ਨਾ ਵੇਖੂੰਗੀ ਜਿੱਥੇ ਉਹ ਮੇਰਾ ਪੁੱਤ ਨੂੰ ਵੱਢ ਦਿੱਤਾ। ਓਹੋ ਅੱਜ ਪਿਓ ਦਾਦੇ ਨੇ ਦੇਖਣਾ ਨਹੀਂ ਇੰਨਾ। ਹਾਏ ਫੁੱਲਾਂ ਦੀਆਂ ਛੇਜਾਂ ਤੇ ਸੌਣ ਵਾਲਾ ਫੁੱਲਾਂ ਦੇ ਵਿਛਾਉਣੇ ਪਾਤੇ ਤੁਸੀਂ। ਹਾਏ ਕੌੜੇ ਬੋਲ ਕਰ ਜਾਂਦਾ ਫਿਰ ਵੀ ਪਿੱਛੇ ਕਰਦੀ। ਨਾ ਮੇਰੀਆਂ ਧੀਆਂ ਨੇ ਕੌੜਾ ਬੋਲ ਕੀਤਾ, ਨਾ ਪੁੱਤਾਂ ਨੇ ਕੀਤਾ, ਨਾ ਜਮਾਨਾ ਨੇ ਕੀਤਾ। ਜ਼ਿੰਦਗੀ ਭਰ ਦਾ ਰੋਣਾ ਪਾਤਾ ਮੇਰੇ ਪੱਲੇ 'ਚ। ਹਾਏ ਜਿੱਦੇ ਮਰ ਜੂ ਉਹਦੇ ਜਿਉਂਦਿਆਂ 'ਚ ਹੋਊਂਗੀ ਮੈਂ, ਜੀਣਾ ਨਹੀਂ ਜੱਗ ਤੇ ਚਾਹੁੰਦੀ ਹੁਣ। ਹਾਏ ਹਾਏ ਓਹੋ ਮੇਰੀ ਕੋਈ ਮਰਜ਼ੀ ਨਹੀਂ ਮੈਂ ਕਿੱਥੇ ਰਹਿਣਾ, ਜਿਵੇਂ ਮੇਰੀਆਂ ਧੀਆਂ ਕਹਿਣਗੀਆਂ ਨੋ ਕਹੂਗੀ। ਹਾਏ ਜਿੱਥੇ ਸਾਰੇ ਪ੍ਰਾਹੁਣਿਆਂ ਦੀ ਉਹਨਾਂ ਦੀ ਰਾਏ ਬਣੂਗੀ ਉਵੇਂ ਚੱਲੂਗਾ। ਮੈਂ ਉਹਨਾਂ ਦੀ ਮੁੱਠੀ 'ਚ ਉਹਨਾਂ ਦੀ ਐਂਟਰ ਦੇ ਵਿੱਚ ਮੈਂ ਆਪਦੀਆਂ ਮਰਜ਼ੀਆਂ ਨਹੀਂ ਕਰਨੀਆਂ। ਜਿੱਥੇ ਉਹ ਕਹਿਣਗੇ ਉੱਥੇ ਰਹੋਗੇ ਤੁਸੀਂ ਜਾਣਗੇ, ਹੈਨਾ? ਹੁਣ ਤਾਂ ਹੱਦ ਹੀ ਹੋ ਗਈ ਜੀ ਇਸ ਗੱਲ ਦੀ। ਅੱਜ ਤਾਂ ਮਾਂ ਖੁਦ ਕਹਿ ਰਹੀ ਹੈ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲੂੰਗੀ ਮੈਂ, ਜਿੱਥੇ ਕਹੋਗੇ ਮੈਂ ਉੱਥੇ ਰਹਿ ਲੂੰਗੀ ਮਾਂ ਕਹਿੰਦੀ। ਤੇ ਜੇ ਹਜੇ ਵੀ ਨਹੀਂ ਇਸ ਗੱਲ ਦੀ ਸਮਝ ਆਈ ਤੁਹਾਨੂੰ, ਜੇ ਹਜੇ ਵੀ ਇਸ ਗੱਲ ਦੀ ਸਮੱਤ ਨਾ ਆਈ, ਸਮਾਂ ਨਿਕਲ ਜਾਣਾ। ਉਹਨਾਂ ਦਾ ਕੋਈ ਕਸੂਰ ਨਹੀਂ। ਕਰਮਾਂ ਦੀ ਮਾਰੀ ਇਹ ਮਾਂ ਨਹੀਂ, ਕਰਮਾਂ ਦੇ ਮਾਰੇ ਤੁਸੀਂ ਹੋ ਸਾਰੇ। ਸਾਰੇ ਰਿਸ਼ਤੇਦਾਰਾਂ ਦੇ ਤਾਨੇ ਮਿਹਣੇ। ਕਿੰਨਾ ਚਿਰ ਹੋ ਗਿਆ ਪੁੱਤ ਨੂੰ, ਅਗਲਾ ਕਹਿੰਦਾ ਮਾਂ ਨੂੰ ਦੁੱਖ ਹੀ ਨਹੀਂ ਹੋਇਆ, ਦੁੱਖ ਹੀ ਨਹੀਂ ਹੋਇਆ। ਇੱਧਰ 4 ਬੰਦੇ ਕਢਾ ਲਓ, ਇੱਧਰ ਲੰਘਣ ਨਹੀਂ ਦੇਣਾ। ਗੱਡੀ ਵਾਲੇ ਨੂੰ ਕਹਤਾ ਚੱਕ ਕੇ ਨਾ ਲੈ ਕੇ ਜਾਏ, ਕਸੂਰ ਕਿਹਦੇ ਆ? ਆਪਦੇ ਬੱਚਿਆਂ ਵਾਂਗੂ ਸਮਝਿਆ, ਦੁੱਖ ਵੀ ਨਹੀਂ ਮਗਰੋਂ ਸਮਝਿਆ ਬਈ ਇਹਦਾ ਕੀ ਹਾਲ ਹੈ। ਹਾਏ ਹਰ ਰੋਜ਼ ਮਾਂ ਤਿਆਰ ਹੋ ਜਾਂਦੀ ਕੱਪੜੇ ਪਾ ਕੇ ਲਿਫਾਫੇ 'ਚ। ਹਰ ਰੋਜ਼ ਅਸੀਂ ਬੜਿਆ ਕੇ ਮਨਾ ਕੇ ਰੱਖਦੇ ਹਾਂ ਵੀ ਨਾ ਮਾਂ ਜਾਣਾ ਨਹੀਂ, ਕੱਲ ਨੂੰ ਚੱਲਾਂਗੇ, ਫਿਰ ਚੱਲਾਂਗੇ, ਫਿਰ ਚਲੇ ਜਾਏਂਗੇ। ਕਿੱਦਣ ਉਹ ਦਿਨ ਆਊਗਾ ਜਿੱਦਣ ਹਾਏ ਕੰਨੀ ਇਹ ਵੀ ਰਾਜ ਸੁਣਿਆ ਸੀ। ਹਾਏ ਬਹਿ ਗਈ ਗੁਰਪ੍ਰੀਤ ਨੂੰ ਪੁੱਤ ਬਣਾ ਕੇ ਬਹਿ ਗਈ। ਮੈਨੂੰ ਬਹੁਤ ਤਾਨੇ ਮਿਹਣੇ ਮਿਲਦੇ ਆ। ਜੋ ਮੈਨੂੰ ਕਈ ਵਾਰੀ ਉਹ ਕਹਿ ਹਟੀ ਆ ਬੀਬੀ ਇਸ ਹਫ਼ਤੇ ਤੈਨੂੰ ਉਡੀਕਦੇ ਰਹੇ, ਤੂੰ ਕਰਾਰ ਕੀਤਾ ਸੀ ਕਰਕੇ। ਮੈਂ ਕਿਹਾ ਕਲਫੂ ਲਾ ਦਿੰਦੇ ਆ। ਕੌਣ ਕਹਿੰਦੀ ਬੇਬੇ? ਵੱਡੀ ਕੁੜੀ। ਕੀ ਨਾਂ ਉਹਦਾ? ਮੈਨੂੰ ਨਹੀਂ ਪਤਾ ਪਰ ਪਰਮਿੰਦਰ ਭੈਣ? ਕੀ ਨਾਂ ਹੈ? ਪਰਮਿੰਦਰ ਭੈਣ? ਹਾਏ ਤੂੰ ਸਾਨੂੰ ਤਾਂ ਦਰਦ ਨਾ ਹੋਇਆ, ਕੁੱਤਿਆਂ ਬਿੱਲਿਆਂ ਵਾਂਗੂ ਮੇਰਾ ਜਵਾਕ ਵੱਢਿਆ ਤੁਸੀਂ। ਹਾਏ ਹਾਏ ਪੂਰਾ ਦਰਦ ਨਹੀਂ ਆਇਆ ਵੀ ਕਿਹੜੇ ਹਿਸਾਬ ਨਾਲ ਵੱਢਦੇ ਆ। ਭੱਜਿਆ ਭੱਜਿਆ ਆਇਆ, ਛੇਪ ਕਰਦੀ ਗਦੋਂ ਗਈ। ਕੱਪੜੇ ਧੋਣ ਵਾਲਾ ਤਾਂ ਬੀਬੀ ਖੋਪਰੀ ਹਜੇ ਗਰਮ ਪਈ ਆ, ਐਂ ਚੱਕ ਕੇ ਵਿਖਾਤੀ। ਇਹ ਭੁੱਲਣ ਵਾਲਾ ਰੱਬ ਦੀ ਆਈ ਚਲਾ ਜਾਂਦਾ, ਅੱਗੇ ਪਿਓ ਦਾਦਾ ਗਏ ਹੀ ਆ। ਪਤਾ ਨਹੀਂ ਖਿਆਲ ਮਾਂ ਦੇ ਕਿਵੇਂ ਦਿਮਾਗ 'ਚ ਆ ਗਿਆ ਇਹ ਜਜ਼ਬਾਤ। ਜਿਉਂਦੇ ਬੱਚੇ ਛੱਡ ਕੇ ਕਿਤੇ ਦੀ ਕਿਤੇ ਜਾ ਬੈਂਦੀ ਆ। ਮੈਂ ਆਦੀ ਹੁੰਦੀ ਸੀ ਮੇਰੇ ਹੋਏ ਹੁਸ਼ਿਆਰ,
ਹੋਏ ਹੁਸ਼ਿਆਰ ਪੰਜਵਾਂ ਹਿੱਸਾ ਵੱਢ ਕੇ ਦਿੱਤਾ ਸੀ ਇਹਨਾਂ ਦਾ। ਪੱਠੇ ਸੜਦੇ ਸੀ, ਤੂੜੀਆਂ ਸੜਦੇ ਸੀ, ਸਭ ਕੁਝ ਕਰਦੇ ਰਹੇ ਆ ਸਾਰੇ। ਹਾਏ ਕਿਸੇ ਨੇ ਪਿੱਛਾ ਨਹੀਂ ਸੀ ਦਿੱਤਾ। ਅੱਜ ਖਬਰ ਹੈ ਇਹਨਾਂ ਨੂੰ ਕਿਉਂ ਪੁੱਠੀ ਭਮਾਲੀ ਆ ਗਈ। ਹਾਏ ਹੋਰ ਨੁਕਸਾਨ ਹੋ ਜਾਂਦਾ, ਜ਼ਮੀਨੋਂ ਚਲੀ ਜਾਂਦੀ, ਕੁਛ ਨਾ ਕੋਈ ਨੁਕਸਾਨ ਹੋ ਜਾਂਦਾ। ਆਹ ਘਾਟ ਕਿੱਥੋਂ ਪੂਰੀ ਹੋਊਗੀ। ਹਾਏ ਹਾਏ ਪੁੱਤ ਬੋਲਦਾ ਹੈ ਹਾਏ ਵੀ ਮੇਰਾ ਸਾਡਾ ਪਿਓ ਮਰਵਾਤਾ ਇੱਥੇ ਜਾ ਕੇ ਜਨਾ ਜਾਂਦੀ ਇਹੋ ਜਿਹੇ ਥਾਵਾਂ ਤੇ ਕਾਹਨੂੰ ਉਹਦੀ ਮੌਤ ਹੁੰਦੀ। ਮੈਂ ਤਾਂ ਭਾਲਣ ਉਹਨੂੰ ਆਈ ਸੀ। ਹੁਣ ਪੋਤਾ ਕਹਿੰਦਾ ਉਹ ਪੋਤੇ ਦੋਨੇ ਹੀ ਕਹਿੰਦੇ, ਉਹਨਾਂ ਦਾ ਕੋਈ ਹਾਲ ਹੀ ਹੈ ਨਹੀਂ। ਹਾਏ ਬੇਬੇ ਪੋਤੇ ਕਿੱਡੇ ਗਾ? ਪਤਾ ਨਹੀਂ ਮੈਨੂੰ ਤਾਂ ਕਿੱਡੇ ਕਿੱਡੇ। ਨਾਮ ਕੀ ਉਹਨਾਂ ਦੇ? ਨਾਂ ਨਹੀਂ ਦੱਸੀਦਾ ਹੁੰਦਾ, ਨਾ ਮੈਨੂੰ ਪਤਾ ਹੀ ਹੈ। ਹਾਏ ਹਾਏ ਹੈਗੇ 15 ਸਾਲਾਂ ਦੇ? ਪਤਾ ਨਹੀਂ ਮੈਨੂੰ ਤਾਂ। ਕਿੰਨਾ ਟਾਈਮ ਹੋ ਗਿਆ ਮਾਂ ਮਿਲਿਆ ਨੂੰ ਪੋਤਿਆਂ ਨੂੰ? ਰੋਜ਼ ਹੀ ਮਿਲਦੀ ਆ, ਰੋਜ਼ ਹੀ ਫੋਨ ਆਉਂਦੇ ਆ। ਹਾਏ ਕੋਈ ਉਹਨਾਂ ਨੇ ਪਿੱਛਾ ਨਹੀਂ ਦਿੱਤਾ, ਕਿਸੇ ਨੇ ਮੇਰੀ ਦੰਦੁਸ਼ਾ ਨਹੀਂ ਕੀਤੀ, ਨਾ ਲੋਕਾਂ ਵਾਂਗੂ ਮੈਂ ਲੜਨ ਦੀ ਕੋਸ਼ਿਸ਼ ਕੀਤੀ ਆ। ਉਹਦੇ ਤੇ ਜਿਉਂ ਮਾਂ ਉਹਨੇ ਪਿੰਡ 'ਚ ਕਾਹਤੋਂ ਕਹਿਤਾ ਸੀ ਮਾਂ ਨੂੰ ਕਮਰਾ ਨਹੀਂ ਦੇਣਾ, ਵੀ ਇੱਥੇ ਨਹੀਂ ਰਹਿ ਸਕਦੀ ਧੋਥਰਾਂ 'ਚ ਮਾਂ? ਉਹ ਕਹਿੰਦਾ ਲੋਕ ਕਹਿਣਗੇ ਪੁੱਤ ਏਡਾ ਅਫਸਰ ਆ, ਮਾਂ ਰੋਦੀ ਫਿਰਦੀ ਆ, ਮੈਂ ਇਕੱਲੀ ਨੂੰ ਇੱਥੇ ਨਹੀਂ ਰਹਿਣ ਦੇਣਾ। ਓਕੇ ਫਿਰ ਕਿੱਥੇ ਘਰੇ ਰੱਖ ਲੈਂਦਾ ਫਿਰ ਆਪਦੀ ਕੋਠੀ 'ਚ? ਕੋਠੀ 'ਚ ਉਹਨੇ ਕਿਹਾ ਸੀ ਮੈਂ ਕੋਠੀ ਦੇ ਨਾਲ ਕਮਰਾ ਪਾ ਲੂੰ। ਪਾਤਾ ਫਿਰ? ਓਹੋ ਉਹ ਕਿਹਾ ਹੀ ਸੀ ਜਦ ਨੂੰ ਆਹ ਕੰਮ ਵਾਪਰ ਗਿਆ। ਜਿਹੜਾ ਬਾਕੀ ਸਮਾਂ ਇਹਨਾਂ ਰਹੀ ਸੀ ਮਹੀਨਾ ਡੇਢ ਮਹੀਨਾ ਸਕੀ ਪਤੀਸ ਦੇ ਘਰੇ। ਇਹਨਾਂ ਵਰਗੀ ਬਿਰਧ ਹੋਈ ਵੀ ਸੀਗੀ ਸੁਖਬੀਰ ਦੇ ਉਹਨਾਂ ਦੀ ਭੂਆ ਦੇ ਘਰੇ, ਹਾਏ ਹਨਾ? ਪਤੇ ਉਹਦੇ ਦੇ ਘਰੇ ਸਕੇ ਦੇ ਆਪਦੇ ਅੱਛਾ ਉਹਦੇ ਘਰੇ ਰਹੀ ਸੀ। ਉਹਨਾਂ ਨੇ ਕੁਛ ਮਹਿਸੂਸ ਨਹੀਂ ਹੋਣ ਦਿੱਤਾ। ਉਹਦੇ ਸੀ ਜਿੱਦੇ ਆ ਗਈ ਉਹ ਪਤੀ ਸਾਦੀ ਸੀ ਮੈਂ ਤੇਰੇ ਕੋਲੇ ਰਿਹਾ ਕਰੂੰਗਾ। ਚੱਲ ਠੀਕ ਆ। ਮਹੀਨਾ ਡੇਢ ਮਹੀਨਾ ਰਹੀ। ਆਉਂਦੀ ਹੋਈ ਮੈਂ ਕਿਹਾ ਵੀ ਤੁਸੀਂ ਗਰੀਬ ਆ, ਮੈਂ ਉਹਨੂੰ 2000 ਰੁਪਈਆ ਦੇ ਆਈ। ਕਾਕੇ ਨੂੰ ਮੈਂ ਕਿਹਾ ਜੇ ਤੈਨੂੰ ਕੋਈ ਤਾਨੇ ਮਿਹਣੇ ਦੇਵੇ, ਤੇਰੀ ਮਾਂ ਨੇ ਸਾਡੇ ਰੋਟੀਆਂ ਖਾਧੀਆਂ, ਕਹਿੰਦੀ ਹਜ਼ਾਰਾਂ ਦੇਗੀ। ਕਹਿੰਦਾ ਠੀਕ ਆ। ਸਾਡੀ ਕੋਈ ਏਦਾਂ ਦੀ ਗੱਲ ਹੀ ਨਹੀਂ ਹੋਈ। ਕੁਝ ਸਮਾਂ ਸੇਵਾ ਕਰਨ ਰੂਮੀ ਭੁੱਚੋ ਚਲੀ ਗਈ। ਉੱਥੇ ਪ੍ਰਾਹੁਣੇ ਵੀ ਗਏ ਆ, ਕੁੜੀਆਂ ਵੀ ਗਈਆਂ, ਦੋਤੀਆਂ ਵੀ ਗਈਆਂ, ਕਾਕਾ ਵੀ ਗਿਆ, ਉਹਦੇ ਘਰ ਵਾਲੀ ਵੀ ਗਈ ਆ। ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀਗੀ। ਇਹ ਤਾਂ ਰੰਮੀ ਪੁੱਛੋ ਉੱਥੇ ਕਿੱਥੇ ਸੌਂਦੇ ਸੀ ਤੁਸੀਂ? ਹਾਂ ਸੌਂਦੇ ਕਿੱਥੇ ਸੀ ਉੱਥੇ? ਪੁੱਛੋ ਇੰਨਾ ਟਾਈਮ ਰਹੇ ਤੁਸੀਂ? ਕਿ ਸੌਣ ਨੂੰ ਉੱਥੇ ਹੋਰ ਥੋੜੀਆਂ ਸੀਗੀਆਂ। ਉੱਥੇ ਵਰਗੀ ਤਾਂ ਸੇਵਾ ਹੀ ਨਹੀਂ ਗਈ, ਵੱਡੀ ਜਿੱਡੀ ਸੀਗੀ। ਨਹੀਂ ਹਾਲ 'ਚ ਹੀ ਪੈਂਦੇ ਸੀ? ਹਾਲ 'ਚ ਹੀ? ਨਾ ਕਮਰਾ ਦਿੱਤਾ ਵਾ ਸੀ ਕੱਲੀ ਨੂੰ। ਕਿੰਨਾ ਟਾਈਮ ਰਹੇ ਬੇਬੇ ਗੁਰਦੁਆਰੇ? ਮੈਨੂੰ ਕੋਈ ਯਾਦ ਨਹੀਂ, ਕੋਈ ਯਾਦ ਨਹੀਂ। ਸਾਰੇ ਮਿਲਣ ਗਏ। ਜੇ ਮਾੜੀ ਜੀ ਮੂੰਹੋਂ ਗੱਲ ਕੱਢ ਦੇਣੀ, ਮੁੰਡੇ ਨੇ ਆ ਕੇ ਕਹਿ ਦੇਣਾ ਅੱਥੇ ਦੀ ਨਹੀਂ ਜਾਂਦਾ ਸੀ। ਮਾਂ ਮੇਰੀ ਨੂੰ ਕੋਈ ਪਤਾ ਨਹੀਂ। ਮੇਰਾ ਪੁੱਤ ਆ ਕੇ ਮੁੜ ਗਿਆ, ਗੁਟਕਾ ਚੱਕ ਕੇ ਪਾਠ ਕਰੀ ਜਾਂਦੀ ਸੀ ਬੈਠੀ। ਕੋਈ ਕੌੜਾ ਬੋਲ ਨਹੀਂ ਬੋਲਿਆ, ਨਾ ਮੈਂ ਕਿਸੇ ਨੂੰ ਬੋਲਣੀ ਆ, ਨਾ ਮੈਨੂੰ ਹੁਣ ਬੋਲਣ ਦੀ ਲੋੜ ਆ। ਹੁਣ ਤਾਂ ਪਤਾ ਨਹੀਂ ਕਦੋਂ ਜ਼ਿੰਦਗੀ ਦੇ, ਹੁਣ ਤਾਂ ਇਹ ਸੱਟ ਭੁੱਲਣ ਵਾਲੇ ਨੇ ਇੱਕ ਮਿੰਟ ਵੀ। ਹੁਣ ਕੀ ਮਿਲ ਗਿਆ? ਹੁਣ ਕੀ ਮਿਲ ਗਿਆ ਮੇਰੀ ਗੋਦ ਖਾਲੀ ਕਰਕੇ? ਕੀ ਮਿਲ ਗਿਆ? ਹਾਏ ਹਾਏ ਕੱਚੇ ਜੱਜ ਨੇ ਹੁਕਮ ਸੁਣਾਤਾ। 1 ਮਹੀਨਾ 17 ਦਿਨਾਂ ਵਿੱਚ ਜੱਜ ਨੇ ਹੁਕਮ ਸੁਣਾਤਾ। ਖਮਨੀ ਕੀ ਕਸੂਰ ਉਹਦਾ ਵੇਖਿਆ ਸੀਗਾ। ਬਸ ਇਹ ਸਾਡੇ ਅੱਜ ਦੇ ਕੁਝ ਸਵਾਲ ਸੀਗੇ ਜਿਹੜੇ ਤੁਹਾਨੂੰ ਕੀਤੇ, ਸਮਾਜ ਨੂੰ ਕੀਤੇ, ਸਾਡੇ ਨੂੰ, ਮਾਤਾ ਦੇ ਪਰਿਵਾਰ ਨੂੰ, ਮਾਤਾ ਦੇ ਜਾਣਨ ਵਾਲੇ ਪਹਿਚਾਨਣ ਵਾਲਿਆਂ ਨੂੰ ਕੀਤੇ ਆ ਵੀ ਪਲੀਜ਼ ਇਹ ਤਮੰਨਾ ਪੂਰੀ ਜ਼ਰੂਰ ਕਰੋ ਮਾਤਾ ਦੀ, ਵੀ ਮਾਤਾ ਨੂੰ ਮਾਤਾ ਦੇ ਪੁੱਤ ਦੇ ਸਾਹਮਣੇ ਲਿਆ ਕੇ ਖੜਾ ਕਰੀਏ। ਤਾਂ ਹੀ ਸ਼ਾਇਦ ਇਹ ਮਾਤਾ ਦੀ ਜ਼ਿੰਦਗੀ ਦੇ ਵਿੱਚ ਕੁਝ ਅੱਗੇ ਚੰਗਾ ਹੋਊਗਾ। ਇੱਥੇ ਵੀ ਸਾਡੇ ਰਚਨਾ ਭੈਣ ਬੈਠੇ ਆ, ਇਹਨਾਂ ਦੇ ਵੀ ਹਾਲਾਤ ਤੁਸੀਂ ਦੇਖੇ ਸੀ ਕਿਹੜੇ ਹਾਲਾਤਾਂ ਦੇ ਵਿੱਚ ਸੀਗੇ ਉਸ ਟਾਈਮ। ਤੇ ਇਦਾਂ ਹੀ ਸਾਡੇ ਮਾਤਾ ਜੀ ਬੈਠੇ ਨੇ ਸ਼ਿਮਲਾ ਦੇਵੀ, ਇਹਨਾਂ ਨੂੰ ਵੀ ਤੁਸੀਂ ਦੇਖਿਆ ਕਿਹੜੇ ਹਾਲਾਤਾਂ ਦੇ ਵਿੱਚ ਹੀ ਲੈ ਕੇ ਆਏ ਸੀ। ਮਾਤਾ ਜੀ ਤਾਂ ਮੂੰਹ ਲੁਕੋ ਲੈਂਦੇ ਹੁਣ ਕੈਮਰੇ ਤੋਂ। ਬੇਬੇ ਸਤਿ ਸ੍ਰੀ ਅਕਾਲ। ਬੇਬੇ ਆ ਮਾਤਾ ਰੋਈ ਜਾਂਦੀ, ਇਹਨੂੰ ਸਮਝਾਇਆ ਕਰ ਤੂੰ। ਮੈਂ ਵੀ ਰੋਣ ਲੱਗ ਜਨੇ, ਮੈਨੂੰ ਵੀ ਛੱਡਿਆ। ਕਾਹ ਤੋਂ ਬੇਬੇ? ਤੂੰ ਕਾਹ ਤੋਂ ਰੋਏਂਗੀ?
ਸੀਤਾ ਫਿਰ ਕੀ ਕਹਾਂਗੇ? ਮੈਂ ਸੀਤੇ ਵੀਰੇ ਨੂੰ ਕੀ ਕਹੂੰਗਾ? ਮੈਂ ਤੂੰ ਕੀ ਪੁੱਛ ਕੇ ਲਿਆਇਆ ਦੱਸਿਆ ਸੀ ਉਹਨੂੰ ਅਸੀਂ, ਪਿੱਛੋਂ ਦਾ ਸੁਣਦਾ ਕਿ ਮੇਰਾ ਉਹ ਹੋ ਗਿਆ ਨਾ ਤਾਂ ਉਹ ਗੁੱਸੇ ਪਹਿਲਾਂ ਦੱਸਿਆ ਸੀ ਬੇਬੇ ਮੈਂ। ਕਿੰਨਾ ਚਿਰ ਹੋ ਗਿਆ ਵੀ ਦੂਏ ਦਿਨ ਆਉਣਾ ਹੱਕ ਸੀ। ਆ ਸਾਰੇ ਮਿਲ ਗਏ, ਕਿੰਨੇ ਕਿੰਨੇ ਵਾਰੀ ਮਿਲ ਗਏ ਮਾਂ ਨੂੰ। ਨਹੀਂ ਅੱਜ ਦਾ ਸਾਡਾ ਇਹ ਜਿਹੜਾ ਮੈਸੇਜ ਆ ਪਲੀਜ਼ ਇਹ ਜ਼ਰੂਰ ਪਹੁੰਚਾਇਓ। ਸਾਡੇ ਪਰਿਵਾਰ ਦੇ ਮੈਂਬਰ ਬੈਠੇ ਨੇ ਇੱਧਰ, ਕਈਆਂ ਦੀਆਂ ਝੋਲੀਆਂ ਦੇ ਵਿੱਚ ਬੜੀਆਂ ਖੁਸ਼ੀਆਂ ਪਈਆਂ ਤੁਹਾਡੇ ਅਰਦਾਸਾਂ ਦੇ ਦੁਆਵਾਂ ਦੇ ਕਾਰਨ, ਤੇ ਕਈਆਂ ਦੇ ਦੁੱਖ ਹਜੇ ਵੀ ਗਿੱਲੇ ਆ, ਕਈਆਂ ਦੇ ਜ਼ਖਮ ਹਜੇ ਵੀ ਗਿੱਲੇ ਆ। ਆ ਗੁਰਪ੍ਰੀਤ ਬੈਠਾ ਸਾਡਾ ਵੀ। ਗੁਰਪ੍ਰੀਤ ਕਿਵੇਂ ਖੜਾ ਹੋ ਜਾ? ਹਾਂਜੀ ਠੀਕ, ਗੁਰਪ੍ਰੀਤ ਕੀ ਹਾਲ ਨੇ? ਬਹੁਤ ਵਧੀਆ। ਦਿਖਦਾ ਹੁਣ ਸਾਰਾ, ਅੱਖਾਂ ਦੀ ਰੋਸ਼ਨੀ ਹੈਗੀ ਹੈ ਪੂਰੀ? ਹਾਂਜੀ ਹਾਂਜੀ। ਆ ਕਿੰਨੀਆਂ ਉਂਗਲਾਂ? 4 ਜੀ। ਹੁਣ 1 ਜੀ। ਹੁਣ 2 ਹੁਣ 1। ਇਹ ਆ ਜੀ ਤੁਹਾਡੀਆਂ ਅਰਦਾਸਾਂ ਦਾ ਕਮਾਲ। ਇਹ ਵੀਰ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਆ। ਤੇ ਇੱਕ ਟਾਈਮ ਇਹੋ ਜਿਹਾ ਸੀ ਵੀ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ। ਡਾਕਟਰ ਕਹਿੰਦੇ ਸੀਗੇ ਵੀ ਇਹਦੀ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆ ਸਕਦੀ। ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ ਦੇ ਸਦਕਾ ਉਹ ਵਾਹਿਗੁਰੂ ਨੇ ਐਡੀ ਵੱਡੀ ਕਿਰਪਾ ਕਰੀ ਸੱਚੇ ਪਾਤਸ਼ਾਹ ਨੇ ਵੀ ਇਸ ਵੀਰ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ। ਗੁਰਪ੍ਰੀਤ ਕਿਵੇਂ ਲੱਗਦਾ ਅੱਖਾਂ ਦੀ ਰੋਸ਼ਨੀ ਵਾਪਸ ਆਈ? ਬਹੁਤ ਵਧੀਆ ਲੱਗਦਾ ਬਾਈ ਜੀ। ਸੰਗਤ ਨੂੰ ਕੀ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਭੈਣਾਂ ਭਰਾਵਾਂ ਨੇ ਇੰਨੀਆਂ ਅਰਦਾਸਾਂ ਕੀਤੀਆਂ, ਦੁਆਵਾਂ ਦਿੱਤੀਆਂ ਤੈਨੂੰ, ਜਿਹਦੇ ਕਰਕੇ ਤੇਰਾ ਇਹ ਸਾਰਾ ਕੁਝ ਠੀਕ ਹੋਇਆ? ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਉਹਨਾਂ ਨੂੰ ਵੀ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ। ਤੇ ਹੁਣ ਅੱਗੋਂ ਤੇਰਾ ਕੀ ਸੋਚ ਆ ਗੁਰਪ੍ਰੀਤ? ਕੀ ਸੋਚਦਾ ਕਿ ਕੀ ਕਰਨਾ ਜ਼ਿੰਦਗੀ 'ਚ? ਅੱਗੇ ਜੀ ਹਜੇ ਸੋਚਿਆ ਨਹੀਂ? ਹਾਂਜੀ ਹਜੇ ਕੁਝ ਸਮਝ ਨਹੀਂ ਆ ਰਹੀ ਹੈ ਨਾ? ਹਾਂਜੀ। ਕੋਈ ਗੱਲ ਨਹੀਂ, ਜਿਹੜਾ ਰਾਹ ਜਿਵੇਂ ਮਹਾਰਾਜ ਨੇ ਇਹ ਰਾਹ ਦਿਖਾਇਆ, ਅਗਲਾ ਰਾਹ ਵੀ ਵਾਹਿਗੁਰੂ ਆਪੇ ਦਿਖਾਉਣਗੇ, ਹਾਂਜੀ ਹੈਨਾ? ਕਿੱਦਾਂ ਸੀ ਜੀ ਗੁਰਪ੍ਰੀਤ ਦੀਆਂ ਅੱਖਾਂ? ਆਹ ਗੁਰਪ੍ਰੀਤ ਦੀਆਂ ਅੱਖਾਂ ਸੀ ਇਦਾਂ ਪਸ ਨਾਲ ਭਰੀਆਂ ਹੋਈਆਂ, ਵਿੱਚੋਂ ਜਿਹੜੀ ਅੱਖਾਂ ਦੀ ਵਿਚਲੀ ਆਪਣੀ ਰੋਸ਼ਨੀ ਆਉਂਦੀ ਨਾ, ਜਿਹਦੇ ਵਿੱਚ ਡੇਲਾ ਮੇਨ ਪੁਤਲੀ ਹੁੰਦੀ, ਉਹ ਵੀ ਗਲ ਗਈ ਸੀ, ਪਸ ਪੈ ਗਈ ਸੀ ਉਹਨਾਂ ਦੇ ਵਿੱਚ। ਇਹਨੂੰ ਤਾਂ ਦਿਖਣੋਂ ਹਟ ਗਿਆ ਸੀ, ਪਰ ਸਾਡਾ ਸਮਾਜ ਇਹਨੂੰ ਦੇਖਦਾ ਰਿਹਾ, ਇਹਨੂੰ ਮਰਦੇ ਨੂੰ, ਇਹਨੂੰ ਤੜਫਦੇ ਨੂੰ, ਇਹਨੂੰ ਵਿਲਕਦੇ ਨੂੰ ਉਹ ਸਾਡਾ ਸਮਾਜ ਦੇਖਦਾ ਰਿਹਾ। ਅੱਜ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਵੀਰ ਦੀਆਂ ਅੱਖਾਂ ਬਿਲਕੁਲ ਠੀਕ ਹੋ ਗਈਆਂ। ਤਾਂ ਹੀ ਅਸੀਂ ਤੁਹਾਨੂੰ ਬੇਨਤੀਆਂ ਕਰਦੇ ਹੁੰਦੇ ਆ ਵੀ ਬਸ ਅਰਦਾਸਾਂ ਦੁਆਵਾਂ ਰੋਕਿਆ ਨਾ ਕਰੋ, ਉਹ ਨਿਰੰਤਰ ਕਰਦੇ ਰਿਹਾ ਕਰੋ, ਕਿਉਂਕਿ ਸਾਡਾ ਪਰਿਵਾਰ ਹੀ ਤਾਂ ਚੱਲ ਰਿਹਾ। ਸਾਡੇ ਪਰਿਵਾਰ ਦੇ ਵਿੱਚ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਜਿਹੜੇ ਪਰਿਵਾਰਕ ਮੈਂਬਰ ਠੀਕ ਹੋ ਚੁੱਕੇ ਆ ਨਾ, ਉਹਦਾ ਕਾਰਨ ਇਹੀ ਆ ਵੀ ਤੁਹਾਡੀਆਂ ਅਰਦਾਸਾਂ ਤੇ ਤੁਹਾਡੀਆਂ ਦੁਆਵਾਂ। ਇਹ ਬਾਪੂ ਬੈਠੇ ਨੇ। ਬਾਪੂ ਜੀ ਕੀ ਨਾਂ ਤੁਹਾਡਾ? ਹੈਲੋ ਜੀ, ਬਿਸ਼ਨ ਦਾਸ ਜੀ। ਬਿਸ਼ਨ ਦਾਸ, ਇਹਨੂੰ ਦਾਸ ਦੇ ਨਾਂ ਨਾਲ ਜਾਣਦੇ ਨੇ। ਕੈਲਪੁਰ ਪਿੰਡ ਆ ਬਾਪੂ ਦਾ, ਕੈਲਪੁਰ ਬੜੈਚੇ, ਹਨਾ? ਹਾਂਜੀ ਹਾਂਜੀ। ਬਾਪੂ ਹਲਵਾਈ ਹੁੰਦਾ ਸੀ ਜੀ, ਤੇ ਬਾਪੂ ਦੀ ਬੈਠਣੀ ਤਾਂ ਤੁਸੀਂ ਸਮਝ ਸਕਦੇ ਹੋ ਬਾਪੂ ਕਿੱਦਾਂ ਬੈਠਾ। ਬਾਪੂ ਦੀ ਟਾਇਲਟ ਵਾਲੀ ਜਗ੍ਹਾ ਤੇ ਕੀੜੇ ਪੈ ਗਏ ਸੀ। ਬਾਪੂ ਇੰਨੇ ਮਾੜੇ ਹਾਲਾਤਾਂ 'ਚ ਚਲੇ ਗਿਆ, ਜ਼ਖਮ ਹੋ ਗਏ ਸੀ ਬੈਕ ਸਾਈਡ ਤੇ। ਗਰੀਬ ਪਰਿਵਾਰ ਸੀ, ਇਲਾਜ ਕਰਾਉਣ ਜੋਗੇ ਵੀ ਪੈਸੇ ਹੈ ਨਹੀਂ ਸੀ। ਪਰਿਵਾਰ ਨੇ ਜਿੰਨੀ ਕਰ ਸਕਦੇ ਸੀ ਕੋਸ਼ਿਸ਼ ਵੀ ਕੀਤੀ ਤੇ ਗਾਂ ਦਾ, ਤੇ ਪਰ ਕੁਝ ਕਰ ਨਹੀਂ ਸਕੇ। ਬਾਪੂ ਜੀ ਦੇ ਹਾਲਾਤ ਇੰਨੇ ਮਾੜੇ ਸੀ, ਅਸੀਂ ਤੁਹਾਨੂੰ ਜਾਣੀ ਕਿ ਕਈ ਪਰਿਵਾਰਕ ਦੇ ਮੈਂਬਰ ਸਾਡੇ ਕੋਲ ਇਦਾਂ ਦੇ ਰਹਿ ਰਹੇ ਜਿਨ੍ਹਾਂ ਦੀ ਅਸੀਂ ਵੀਡੀਓ ਪਾਈਆਂ ਹੀ ਨਹੀਂ, ਕਦੇ ਦਿਖਾਈਆਂ ਨਹੀਂ ਗਈਆਂ। ਹਾਲਾਤ ਇੰਨੇ ਮਾੜੇ ਸੀ ਅਸੀਂ ਦਿਖਾ ਹੀ ਨਹੀਂ ਸਕੇ, ਇੰਨੇ ਜ਼ਿਆਦਾ ਕੀੜੇ ਪੈ ਗਏ ਸੀ ਬਾਪੂ ਜੀ ਦੇ। ਪਰ ਹੁਣ ਵਾਹਿਗੁਰੂ ਦੀ ਬਹੁਤ ਕਿਰਪਾ। ਬਾਪੂ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਆਇਆ ਨੂੰ ਸਾਡੇ ਕੋਲੇ? ਇੱਥੇ ਜੀ, ਹਾਂਜੀ, ਇੱਥੇ ਆਇਆ ਜੀ ਮੈਂ ਕੱਤੇ ਚ। ਕੱਤਾ। ਹਾਂਜੀ, ਆਸੂ ਚ 2-3 ਦਿਨ ਪਹਿਲਾਂ ਹੋ ਗਿਆ ਸੀ। ਫਿਰ ਕਿੰਨੇ ਮਹੀਨੇ ਹੋ ਗਏ ਫਿਰ? ਕੱਤਾ ਮੱਗਰ ਪੋ ਮਾਗ ਫੱਗਣ ਜੀ।
4 ਮਹੀਨੇ ਹੋ ਗਏ 4 ਮਹੀਨੇ। ਤੇ 4 ਮਹੀਨੇ ਹੋ ਗਏ ਬਾਪੂ ਦਾ ਇਲਾਜ ਚੱਲਦੇ ਨੂੰ, ਪਰ ਹਜੇ ਵੀ ਬਾਪੂ ਸਿੱਧਾ ਬੈਠਣ ਜੋਗਾ ਨਹੀਂ ਹੋਇਆ। ਐਡਾ ਵੱਡਾ ਜ਼ਖਮ ਆ ਬਾਪੂ ਦੀ ਬੈਕ ਸਾਈਡ ਤੇ। ਇਹਨਾਂ ਵਾਸਤੇ ਜ਼ਰੂਰ ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ। ਇੱਧਰ ਸਾਡਾ ਦਰਸ਼ੂ ਬਾਈ ਬੈਠਾ। ਦਰਸ਼ੂ ਉਹ ਕਿਵੇਂ ਆ? ਠੀਕ ਹੈ ਦਰਸ਼ੂ ਨੇ ਦੇਖੋ ਆ ਕੀ ਬੰਨਿਆ ਹੋਇਆ, ਇਹ ਦਾਰੂ ਆ ਜੀ ਦਵਾਈ। ਦਰਸ਼ੂ ਤਾਂ ਨੂੰ ਮੂੰਹ ਚੱਕੀ ਵੀਰੇ, ਤਾਂ ਨੂੰ ਮੇਰੇ ਬਿੱਲੇ ਸੱਜਾ ਸੀ ਤਾਂ ਨੂੰ ਮੂੰਹ ਚੱਕੀ ਦਰਸ਼ੂ ਬਾਈ, ਉੱਪਰ ਨੂੰ ਤਾਂ ਨੂੰ ਹੋਰ ਚੱਕੋ। ਹਾਂ ਇਹ ਇੱਧਰ ਦੇਖੀ ਬਾਈ ਦਰਸ਼ੂ, ਅੱਖਾਂ ਖੋਲ ਕੇ ਇੱਧਰ ਤਾਂ ਨੂੰ ਥੋੜਾ ਤਾਂ ਨੂੰ। ਹਾਂ ਬਿੱਲੇ ਨੇ ਮੈਨੂੰ ਸੱਜਾ ਸੀ ਕਹਿੰਦਾ ਦਾਰੂ ਲੈ ਜਾ। ਅੱਖਾਂ ਖੋਲੀ, ਅੱਖਾਂ ਦਰਸ਼ੂ, ਅੱਖਾਂ ਖੋਲੀ। ਅੱਖਾਂ ਵਾ ਦਰਸ਼ੂ ਦੀਆਂ ਇਹ ਇਹਨਾਂ ਅੱਖਾਂ ਨੂੰ ਅਰਦਾਸਾਂ ਦੇ ਦੁਆਵਾਂ ਦੀ ਜ਼ਰੂਰਤ ਆ ਹੁਣ ਬਹੁਤ। ਇਹਦੀ ਰੋਸ਼ਨੀ ਅੱਖਾਂ ਦੀ ਆ ਜਾਵੇ ਸਾਡੀ, ਇਹੀ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਆ। ਅੱਖਾਂ ਤੋਂ ਬਲਾਈਂਡ ਜ਼ਿੰਦਗੀ ਜਿਉਂ ਰਿਹਾ ਸੀ ਤੇ ਮੱਚਿਆ ਹੋਇਆ ਸੀ ਬਾਈ, ਇੱਕ ਸਾਈਡ ਦੀ ਬਾਂਹ ਸਾਰੀ ਮੱਚੀ ਹੋਈ ਸੀ ਤੇ ਮੱਚਿਆ ਹੋਇਆ ਉਵੇਂ ਹੀ ਪਿੰਡ 'ਚ ਘੁੰਮੀ ਜਾਂਦਾ ਸੀ। ਦਰਸ਼ਨ ਲੱਖੇ ਵਾਲਾ, ਦੋ ਹੀ ਹੋਇਆ, ਇੱਕ ਇਹ ਦਰਸ਼ਨ ਆ ਤੇ ਇੱਕ ਦਰਸ਼ਨ ਲੱਖੇ ਵਾਲਾ ਹੋਰ ਆ ਬਾਈ, ਉਹਦਾ ਵੀ ਕਾਫੀ ਨਾਮ ਆ ਵੀਰ ਦਾ। ਤੇ ਇਹਨੇ ਵੀ ਨਾਮ ਬਾਈ ਨੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਕਮਾ ਲਿਆ, ਜਿਹੜਾ ਤੁਹਾਡੇ ਸੰਗਤ ਦੇ ਸਾਹਮਣੇ ਆ ਗਿਆ ਬਾਈ ਇਹ। ਤੇ ਇਹਨੂੰ ਅਰਦਾਸਾਂ ਦੀ ਜ਼ਰੂਰਤ ਆ। ਡਾਕਟਰ ਕਹਿੰਦੇ ਆ ਵੀ ਇਹਦਾ ਆਪਰੇਸ਼ਨ ਹੋ ਸਕਦਾ ਅੱਖਾਂ ਦਾ, ਪਰ ਇੱਕ ਤਾਂ ਇਹਦੀ ਢੂਈ ਨਹੀਂ ਸਿੱਧੀ ਹੁੰਦੀ, ਅੱਖਾਂ ਤਾਂ ਨੂੰ ਚੱਕਿਆ ਨਹੀਂ ਜਾਂਦਾ ਸਿਰ, ਤੇ ਇੱਕ ਇਹਦਾ ਆਪਰੇਸ਼ਨ ਹੋਣ ਦੇ ਲਈ ਇਹਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਤੇ ਵੀਕਨੈਸ ਬਹੁਤ ਜ਼ਿਆਦਾ, ਪੂਰੀ ਕਲੀਅਰ ਹੋਊਗੀ ਫੇਰ ਜਾ ਕੇ ਹੋਊਗੀ। ਤੇ ਇਹਦੇ ਵਾਸਤੇ ਜ਼ਰੂਰ ਅਰਦਾਸ ਬੇਨਤੀ ਕਰਿਓ। ਇਹ 3 ਵਾਰ ਚੱਕ ਦੇਖਿਆ। ਅੱਛਾ ਇੱਕ ਵਾਰੀ ਨਾ ਦੇਖਿਆ, ਇੱਕ ਵਾਰੀ ਆਪ ਫਿਰ ਮਸ਼ੀਨ ਲਾਈ। ਇਹ ਦੋ ਭਰਾ ਵਾ ਜੀ ਸਕੇ, ਤੇ ਇਹਦਾ ਨਾਂ ਹੈਗਾ ਸਤਪਾਲ ਸਿੰਘ। ਸਤਪਾਲ ਕਿਵੇਂ ਆ? ਠੀਕ ਹੈ। ਠੀਕ ਆ ਹੁਣ? ਤੇ ਇਹ ਹੈਗਾ ਗੁਰਜੰਟ ਸਿੰਘ। ਗੁਰਜੰਟ ਸਿੰਘ ਕਿਵੇਂ ਆ? ਠੀਕ ਆ ਹੁਣ? ਸਿਹਤਾਂ ਠੀਕ ਆ? ਇਹ ਦੋਨੇ ਵੀਰ ਘਰੇ ਆਪਦੇ 20-22 ਸਾਲਾਂ ਤੋਂ ਸੰਗਲਾਂ ਨਾਲ ਬੰਨੇ, ਦੋਨੇ ਸਕੇ ਭਰਾ। ਭੈਣਾਂ ਵਿਆਹਤੀਆਂ ਮਾਂ ਪਿਓ ਨੇ, ਦੋਨੇ ਪੁੱਤ ਮੈਂਟਲੀ ਅਪਸੈਟ ਹੋ ਕੇ ਸੰਗਲ ਨਾਲ ਬੰਨੇ ਹੋਏ ਸੀਗੇ। ਮਾਂ ਪਿਓ ਦਿਹਾੜੀ ਦੱਪਾ ਕਰਦੇ ਸੀ ਵਿਚਾਰੇ, ਕਮਾਉਂਦੇ ਸੀ, ਇਹਨਾਂ ਨੂੰ ਖਵਾਉਂਦੇ ਸੀ। ਇੱਕ ਜਣਾ ਘਰੇ ਰਹਿੰਦਾ ਸੀ, ਇਹਨਾਂ ਦੀ ਰਾਖੀ ਕਰਦਾ ਸੀ। ਤੇ ਜਦੋਂ ਵੀ ਇਹਨਾਂ ਨੂੰ ਕਰੋੜ ਚੜ੍ਹਦਾ ਸੀ ਆਪਣੇ ਮਾਂ ਪਿਓ ਨੂੰ, ਜਦੋਂ ਹੱਥ ਵੀ ਆ ਜਾਂਦੇ ਕੁੱਟਦੇ ਮਾਰਦੇ ਵੀ ਸੀਗੇ। ਸਕੇ ਦੋਨੇ ਭਰਾ ਇੱਕੋ ਕਮਰੇ ਦੇ ਵਿੱਚ ਸੰਗਲਾਂ ਨਾਲ ਬੰਨ੍ਹ ਕੇ ਰੱਖੇ 20-22 ਸਾਲ ਮਾਂ-ਬਾਪ ਨੇ। ਤੁਸੀਂ ਸੋਚ ਸਕਦੇ ਹੋ, ਅੰਦਾਜ਼ਾ ਲਾ ਸਕਦੇ ਹੋ ਵੀ ਉਹ ਮਾਂ ਪਿਆਂ ਦਾ ਜ਼ਿਕਰਾ ਕਿੰਨਾ ਹੋ, ਉਹਨਾਂ ਨੇ ਕਿੰਨੀ ਤਕਲੀਫ ਸਹੀ ਹੋ, ਕਿੰਨਾ ਦੁੱਖ ਸਿਆ ਹੋ। ਬਥੇਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਇਲਾਜ ਦੀਆਂ, ਪਰ ਕੋਈ ਹੱਲ ਨਹੀਂ ਹੋਇਆ। ਪਰ ਅੱਜ ਵਾਹਿਗੁਰੂ ਦੀ ਕਿਰਪਾ, ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਦੋਨੇ ਭਰਾ 9/9 ਆ। ਤੇ ਹੁਣ ਮਾਂ ਪਿਓ ਇਹਨਾਂ ਦੇ ਵਿਆਹ ਬਾਰੇ, ਇਹਨਾਂ ਵਾਸਤੇ ਕੁੜੀਆਂ ਲੱਭਣ ਬਾਰੇ ਸੋਚ ਰਹੇ ਨੇ। ਹੁਣ ਬਾਪੂ ਤੇ ਬੇਬੇ ਗਏ ਹੋਏ ਆ ਪਿੰਡ ਨੂੰ। ਬੇਬੇ ਵੀ ਕਹਿੰਦੇ ਵੀ ਸਤਪਾਲ ਵਾਸਤੇ ਕੁੜੀ ਲੱਭਣੀ ਹੈ ਨਾ। ਸਤਪਾਲ ਹਾਂ ਜੀ, ਵਿਆਹ ਹੋਣਾ ਨਾ? ਪਹਿਲਾਂ ਜੰਟੇ ਦਾ ਕਰਦੀ ਕਿ ਤੇਰਾ? ਦੇਖ ਲਓ ਕਿਹਦਾ ਕਰਨਾ ਪਹਿਲਾਂ। ਹਾਂ ਵੀ ਜੰਟੇ ਦੱਸ ਕਿਹਦਾ ਕਰੀਏ ਪਹਿਲਾਂ ਵਿਆਹ? ਤੂੰ ਦੱਸ, ਮੈਂ ਨਹੀਂ ਦੇਖਣਾ, ਮੈਂ ਤਾਂ ਵਿਆਹ ਦੇਖਣਾ ਵਾ, ਜਿਹਦਾ ਮਰਜ਼ੀ ਦਿਖਾ ਦਿਓ। ਦੱਸੋ ਕਿਹਦਾ ਕਰੀਏ ਸਤਪਾਲ? ਜੰਟੇ ਦੱਸ ਪਹਿਲਾਂ ਕਿਹਦਾ ਕਰੀਏ ਵਿਆਹ? ਪਹਿਲਾਂ ਜੰਟੀ ਦਾ ਹੀ ਕਰ ਦਾਂਗੇ। ਹਾਂ ਜੰਟੇ ਤੂੰ ਦੱਸ, ਤੇਰਾ ਕਰ ਦਈਏ ਪਹਿਲਾਂ? ਤੇਰੀ ਨੂੰ। ਲਓ ਜੀ, ਜੰਟੀ ਦਾ ਵਿਆਹ ਹੋਊਗਾ ਜੀ, ਅਸੀਂ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ। ਜ਼ਰੂਰ ਪਹੁੰਚਿਓ, ਡੇਟ ਅਸੀਂ ਦੱਸਾਂਗੇ। ਬੇਬੇ ਗਈ ਹੋਈ ਹੈ ਕੁੜੀ ਦੇਖਣ, ਤੇ ਇਸ ਘਰ ਦੇ ਵਿੱਚ ਵੀ ਰੌਣਕਾਂ ਆਉਣਗੀਆਂ, ਜਿਹਦੇ ਘਰ 'ਚ 20-22 ਸਾਲਾਂ ਤੋਂ ਸਕੇ ਦੋ ਭਰਾ, ਮਾਂ ਨੇ ਆਪਦੇ ਪੁੱਤ ਬੰਨ੍ਹ ਕੇ ਰੱਖੇ ਹੋਏ ਸੀ, ਪਿਓ ਨੇ ਆਪਣੇ ਪੁੱਤ ਬੰਨ੍ਹ ਕੇ ਰੱਖੇ ਹੋਏ ਸੀ। ਸਿਰਫ ਉਸ ਇਲਾਜ ਦੇ ਕਾਰਨ, ਜਿਹੜਾ ਕਿ ਬੜਾ ਛੋਟਾ ਜਿਹਾ ਸੀਗਾ, ਬੜਾ ਸਸਤਾ ਜਿਹਾ ਸੀਗਾ, ਪਰ ਸਾਡੇ ਸਮਾਜ 'ਚ ਲੋਕ ਹੈਲਪ ਨਹੀਂ ਕਰਦੇ। ਰੇਤਗੜ੍ਹ ਪਿੰਡ ਆ ਬਾਈਆਂ ਦਾ, ਦੋਨੇ ਭਰਾਵਾਂ ਦਾ, ਸੰਗਰੂਰ ਜ਼ਿਲ੍ਹਾ, ਭਵਾਨੀਗੜ੍ਹ ਦੇ ਨੇੜੇ। ਦੋ ਸਕੇ ਭਰਾ, ਇੱਕ ਕਮਰਾ, ਇੱਕੋ ਹੀ ਕਮਰਾ, ਉਹਦੇ ਵਿੱਚ ਹੀ ਦੋ ਪੁੱਤ ਬੰਨੇ ਤੇ ਦੋਨੇ ਮਾਂ ਪਿਓ ਰਹਿੰਦੇ ਸੀ ਵਿਚਾਰੇ। ਅੰਦਾਜ਼ਾ ਨਹੀਂ ਲਾ ਸਕਦੇ ਆਪਾਂ, ਸੋਚ ਵੀ ਨਹੀਂ ਸਕਦੇ ਉਹ 20 ਸਾਲ ਕਿਵੇਂ ਨਿਕਲੇ ਹੋਣਗੇ ਉਸ ਮਾਂ ਪਿਓ ਦੇ। ਤੇ ਇਹ ਸਾਡਾ ਕਵਰਕਲੀਤ ਸਿੰਘ ਪੱਪੂ ਜੀ ਬੈਠੇ ਨੇ। ਬਾਈ ਜੀ ਕੀ ਹਾਲ ਨੇ? ਬਾਈ ਜੀ ਠੀਕ ਹੋ? ਹੁਣ ਇਹ ਫਰੀਦਕੋਟ ਤੋਂ ਵੀਰ ਨੂੰ ਲੈ ਕੇ ਆਏ ਸੀ। ਆਹ ਬਲਜਿੰਦਰ ਸਿੰਘ ਬੈਠਾ ਸਾਡਾ ਵੀਰ। ਕਿਵੇਂ ਬਲਜਿੰਦਰ? ਸਤਿ ਸ੍ਰੀ ਅਕਾਲ। ਹਾਂ ਵੀ ਸੋਨੂੰ ਕਿਵੇਂ ਆ? ਇਹ ਵੀ ਬਾਈ 11 ਸਾਲਾਂ ਤੋਂ ਆਪਦੇ ਆਪ ਨੂੰ ਬੰਦ ਕਰੀ ਬੈਠਾ ਨੇ ਕਮਰੇ 'ਚ। ਉਹ ਕੀ ਹਾਲ ਨੇ ਤੇਰੇ ਗੁਰਦਿੱਤਿਆ? ਠੀਕ ਆ। ਗੁਰਦਿੱਤੇ ਦੀਆਂ ਵੀਡੀਓ ਦੇਖ ਕੇ ਤੁਹਾਨੂੰ ਅੰਦਾਜ਼ਾ ਆਊ ਗੁਰਦਿੱਤਾ ਕਿੰਨੀ ਤਕਲੀਫ ਸੀਗਾ। ਲੁਧਿਆਣੇ ਸ਼ਹਿਰ ਦੇ ਦੋ ਵੀਰ ਬੈਠੇ ਨੇ ਸਾਡੇ ਧਨਾੜ ਪਰਿਵਾਰ ਦੇ ਮੈਂਬਰ। ਸਾਡਾ ਹਰਿੰਦਰ ਕਿਵੇਂ ਆ? ਇਹ ਹੱਥ ਦੇਖੋ, ਹਰਿੰਦਰ ਦਾ ਕੀੜਿਆਂ ਨੇ ਖਾ ਲਿਆ ਸੀ ਕਿਸੇ ਟਾਈਮ। ਤੇ ਆ ਸਾਡਾ ਬੰਟੀ ਸ਼ੋਕ, ਇਹ ਵੀ ਵੀਰ ਚੰਗੇ ਪਰਿਵਾਰ ਨੂੰ ਬਿਲੋਂਗ ਕਰਦਾ, ਕਰੋੜਾਂਪਤੀ ਪਰਿਵਾਰ ਨੂੰ ਬਿਲੋਂਗ ਕਰਦਾ, ਪਰ ਪਤਾ ਨਹੀਂ ਕਿਉਂ
ਪਰਿਵਾਰ ਕੋਲੇ ਸਮਾਂ ਹੀ ਨਹੀਂ ਰਿਹਾ, ਮਿਲਣ ਹੀ ਨਹੀਂ ਆਉਂਦੇ, ਮਿਹਨਤਾਂ ਕਰ ਕਰਕੇ ਹੰਬੀਆਂ ਵੀ ਆ ਕੇ ਮਿਲ ਜਾਓ, ਲੈ ਜਾਓ ਇਹਨੂੰ, ਇਹ ਠੀਕ ਆ ਬਿਲਕੁਲ। ਹੁਣੇ ਘਰੇ ਜਾਣਾ, ਸ਼ੋਕ ਘਰੇ ਜਾਣਾ ਚਾਹੁੰਦਾ ਬੰਟੀ ਤੂੰ? ਹਾਂਜੀ ਕੀ ਜਾਣ ਘਰੇ ਜਾ ਕੇ ਕੀ ਕਰਨਾ? ਕੰਮ ਕਰਾਂਗੇ, ਕੀ ਕੰਮ ਕਾਰ ਆ ਤੁਹਾਡਾ ਖਾਨਦਾਨ ਦਾ? ਸ਼ੌਲਾਂ ਦਾ ਕੰਮ ਹੈ। ਸ਼ੌਲਾਂ ਦਾ? ਤੂੰ ਵੀ ਜਾ ਕੇ ਸ਼ੌਲਾਂ ਦਾ ਕੰਮ ਕਰੇਗਾ? ਹਾਂ ਇਹਨਾਂ ਦੀ ਜੀ ਬਾਜ਼ਾਰ 'ਚ ਦੁਕਾਨ ਸੀ ਸ਼ੌਲਾਂ ਦੀ। ਇਹ ਬੜੇ ਤਕੜੇ ਪਰਿਵਾਰ ਨੂੰ ਬਿਲੋਂਗ ਕਰਦਾ। ਇਹਦੇ ਭਰਾ ਦੀ BRS ਨਗਰ 'ਚ ਕੋਠੀ ਆ। ਚੰਗੇ ਰਿਚ ਫੈਮਲੀਆਂ ਨੂੰ ਬਿਲੋਂਗ ਕਰਦੇ ਆ, ਪਰ ਪਤਾ ਨਹੀਂ ਕਿਉਂ ਇਹਦੇ ਮੌਕੇ ਆ ਕੇ ਜਜ਼ਬਾਤ ਵੀ ਮੁੱਕ ਗਏ। ਰਾਜਵੀਰ ਬੈਠਾ ਸਾਡਾ, ਇਧਰ ਬਾਬਾ ਲੁੱਗੀ ਬੈਠਾ। ਲੁੱਗੀ ਬਾਬੇ ਸਤਿ ਸ੍ਰੀ ਅਕਾਲ। ਉਹ ਲੁੱਗਣਾ, ਹਾਂਜੀ ਕੌਣ ਆ? ਉਹ ਕੀ ਹਾਲ ਨੇ? ਆਣਾ ਦੇਖੋ ਜੀ, ਉਹ ਕਹਿੰਦੇ ਅੰਨਿਆ ਸੌਂ ਜਾ, ਉਹ ਕਹਿੰਦਾ ਚੁੱਪ ਹੀ ਕਰ ਜਾਣਾ ਜੀ। ਸਹੀ ਗੱਲ ਆ ਵੀ ਇੱਕ ਅੰਨਾ ਬੰਦਾ, ਉਹਨੂੰ ਕਿਸੇ ਨੇ ਕਿਹਾ ਵੀ ਤੂੰ ਸੌਂ ਜਾ, ਉਹ ਕਹਿੰਦਾ ਯਾਰ ਸਾਡਾ ਕੀ ਆ, ਸੁੱਤੇ ਤਾਂ ਹੋਏ ਹੀ ਆ, ਬਸ ਚੁੱਪ ਕਰ ਗਏ ਮਤਲਬ ਸੌਂ ਗਏ। ਦਿਖਦਾ ਤਾਂ ਪਹਿਲਾਂ ਵੀ ਨਹੀਂ, ਹਨੇਰਾ ਤਾਂ ਹੈਗਾ, ਕਾਲੀ ਤਾਂ ਰਾਤ ਆ ਪਹਿਲਾਂ ਹੀ। ਤੇ ਉਹੀ ਗੱਲ ਲੁੱਗੀ ਬਾਬੇ ਨਾਲ ਹੁੰਦੀ ਆ ਵਿਚਾਰੇ ਨਾਲ। ਪੁੱਛਦਾ ਕੌਣ ਆ, ਹੱਥ ਕੱਢਦਾ ਕੌਣ ਆ ਤੂੰ? 42-43 ਸਾਲ ਦੀ ਉਮਰ ਆ ਬਾਈ ਦੀ, ਅੱਖਾਂ ਤੋਂ ਅੰਨਾ ਹੋ ਗਿਆ। 2.5 ਕਿੱਲੇ ਜ਼ਮੀਨ ਸੀ, ਉਹ ਵੀ ਭਰਾ ਲੈ ਗਿਆ। ਪਿੰਡ ਦੇ ਵਿੱਚ ਹੀ ਇੱਕ ਮੋਟਰ ਤੇ ਪਿਆ ਸੀ, ਗੰਦਾ ਪਾਣੀ ਪੀਂਦਾ, ਰੁੜ ਰੁੜ ਕੇ ਬਾਹਰ ਆ ਕੇ ਜ਼ਿੰਦਗੀ ਕੱਢਦਾ। ਝੋਨੇ ਦੇ ਗੰਦੇ ਪਾਣੀ ਨਾਲ ਹੀ ਨਹਾ ਲੈਂਦਾ ਸੀਗਾ, ਕੋਈ ਰੋਟੀ ਦੇ ਜਾਂਦਾ ਸੀ ਤਾਂ ਖਾ ਲੈਂਦਾ ਸੀ। ਤੇ ਜਿਹੜਾ ਕੰਮ 5-6 ਹਜ਼ਾਰ ਦੇ ਵਿੱਚ ਹੋ ਸਕਦਾ ਸੀਗਾ, ਜਿਹੜਾ ਕੰਮ ਹੱਥ ਹੀ ਫੇਰ ਤੋਂ ਖੜ ਹੀ ਜਾਓ ਕੋਲੇ, ਤੇ ਕੈਂਪ ਲੱਗਦੇ ਆ 20 ਵਾਰ, ਕੈਂਪਾਂ ਦੇ ਵਿੱਚ ਫ੍ਰੀ ਇਲਾਜ ਹੋ ਸਕਦਾ ਸੀਗਾ। ਅੱਜ ਉਹ ਕੰਮ ਹੋ ਹੀ ਨਹੀਂ ਸਕਦਾ, ਡਾਕਟਰ ਕਹਿੰਦੇ। ਹੁਣ ਲੁੱਗੀ ਬਾਬੇ ਦੀਆਂ ਅੱਖਾਂ ਦੀ ਰੋਸ਼ਨੀ ਕਦੇ ਵੀ ਵਾਪਸ ਨਹੀਂ ਆ ਸਕਦੀ। ਅਸੀਂ ਚੰਡੀਗੜ੍ਹ ਵੀ ਜਾ ਆਏ ਆ, ਅੰਮ੍ਰਿਤਸਰ ਵੀ, ਸਾਰੇ ਪਾਸੇ ਦਿਖਾ ਲਿਆ ਬਾਬੇ ਨੂੰ। ਡਾਕਟਰ ਕਹਿੰਦੇ ਦੀ ਅੱਖਾਂ ਦੀ ਰੋਸ਼ਨੀ ਨਹੀਂ ਆ ਸਕਦੀ, ਪਿੱਛੋਂ ਹੀ ਲਾਈਟ ਚਲੇ ਗਈ ਆ। ਧਿਆਨ ਨਾਲ ਦੇਖ ਲਓ, ਇਹ ਨਿਰਜੀਵ ਅੱਖਾਂ, ਬਿਨਾਂ ਅਹਿਸਾਸ ਤੋਂ ਇਹ ਚਿਹਰਾ, ਬਿਨਾਂ ਇਮੋਸ਼ਨ ਤੋਂ ਇਹ ਇਨਸਾਨ, ਜਿਹਨੂੰ ਅਸੀਂ ਇਮੋਸ਼ਨਲੈਸ ਕੀਤਾ। ਅਸੀਂ ਇਹਨੂੰ ਇਨਸਾਨੀਅਤ ਨੂੰ ਮਾਰਿਆ ਪਹਿਲਾਂ ਆਪਦੀ ਨੂੰ, ਫਿਰ ਇਹਨੂੰ ਬਾਪੇ ਨੂੰ ਇਸ ਇਲਾਜ ਪਹੁੰਚਦਾ ਕੀਤਾ। ਹੁਸੈਨਪੁਰ ਲੈਂਬਰ ਹੁਸੈਨਪੁਰੀ ਹੁਣੀ, ਸਰਜੀਤ ਮਲਕੀਤ ਤੂਤੀਆਂ ਵਾਲਾ ਸਿੰਗਰ ਵੀਰ, ਉਹਦੇ ਘਰ ਦੇ ਬਿਲਕੁਲ ਸਾਹਮਣੇ ਮੋਟਰ ਤੇ ਰਹਿੰਦਾ ਸੀ ਬਾਪੂ। ਰੁੜ ਰੁੜ ਕੇ ਗੰਦਾ ਪਾਣੀ ਪੀ ਕੇ ਗੰਦੀ ਥਾਂ ਤੇ ਨਹਾ ਕੇ ਜ਼ਿੰਦਗੀ ਕੱਟ ਰਿਹਾ ਸੀ। ਕਿਸੇ ਨੇ ਆਪਰੇਸ਼ਨ ਨਹੀਂ ਕਰਾਇਆ ਚੱਕ ਕੇ, ਕਿਸੇ ਨੇ ਇਲਾਜ ਨਹੀਂ ਕਰਾਇਆ। ਦੇਖੋ ਜੇ ਉਸ ਟਾਈਮ ਇਲਾਜ ਹੋ ਜਾਂਦਾ, ਉਸ ਟਾਈਮ ਆਪਰੇਸ਼ਨ ਹੋ ਜਾਂਦਾ, ਤਾਂ ਬਾਪੂ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਸਕਦੀ ਸੀ। ਅੱਜ ਇਹ ਲੁੱਗੀ ਬਾਬਾ ਅੱਖਾਂ ਤੋਂ ਅੰਨਾ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਿਆ। ਇਹ ਪਤਾ ਨਹੀਂ ਇਹ ਤੋਂ ਕਿਹੜਾ ਕਸੂਰ ਹੋ ਗਿਆ ਬਾਪੂ ਤੋਂ, ਵਿਚਾਰੇ ਤੋਂ। ਇਧਰ ਬਾਪੂ ਬੈਠਾ ਸਾਡਾ ਜੈਤੋਂ ਵਾਲਾ, ਸਰਦਾਰ ਢਿੱਲੋਂ ਸਾਹਿਬ ਸਾਡੇ। ਬਾਪੂ ਕਿੱਦਾਂ? ਠੀਕ ਹੋ ਬਾਪੂ? ਤੁਹਾਡੇ ਕੋਲੇ ਕਿੰਨੀ ਜ਼ਮੀਨ ਆ? 8 ਕਿੱਲੇ ਆ। ਬਾਪੂ ਤੁਸੀਂ ਸਾਰੀ ਉਮਰ ਕੀ ਕੰਮ ਕੀਤਾ? ਸਾਰੀ ਉਮਰ ਡਾਲੀ ਦਾ ਕੰਮ ਕੀਤਾ। ਡਾਲੀ ਦਾ? ਹਾਂਜੀ ਗੁਰਦੁਆਰਾ ਸਾਹਿਬ ਦੇ ਵਿੱਚ ਗਜਾ ਕਰਦੇ ਸੀ? ਹਾਂਜੀ। ਕਿੰਨੇ ਪਿੰਡਾਂ 'ਚ? ਮੈਂ ਪਾਲ 3-4 ਬਣਾ ਜਾਂਦਾ ਸੀ। ਹਾਂਜੀ 3-4 ਬਣਾ ਜਾਂਦਾ ਸੀ, ਹੱਥ ਨੂੰ ਮੁੜ ਕੇ ਆਉਂਦਾ। ਕਿੰਨੇ ਸਾਲ ਬਾਪੂ? ਮੈਂ ਕੀਤਾ 20 ਸਾਲ। 20 ਸਾਲ। ਹਾਂਜੀ। ਤੇ ਕੀ ਹੋ ਗਿਆ ਸੀ ਬਾਪੂ, ਬਿਮਾਰ ਹੋ ਗਏ ਸੀ ਫਿਰ? ਮੈਨੂੰ ਬੁਖਾਰ ਹੋ ਗਿਆ ਸੀ ਮੈਨੂੰ, ਹਾਂਜੀ। ਤੇ ਮੈਂ ਬੋਲ ਗੁਰਦੁਆਰੇ ਨਿਗਾਹ ਸਿੰਘ ਰਹਿੰਦਾ ਸੀ, ਤੇ ਉੱਥੋਂ ਮੈਂ ਆ ਗਿਆ ਸੀ। ਮੈਨੂੰ ਆਰਾਮ ਨਹੀਂ ਆਉਣਾ, ਹੋਰ ਮੈਨੂੰ ਕਿਸੇ ਨੇ ਟੀਕੇ ਲਵਾਤੇ, ਉਹ ਟੀਕੇ ਗਲਤ ਲਵਾਤੇ, ਤੇ ਉਹਨੂੰ ਜ਼ਿਆਦਾ ਮੇਰਾ ਸਰੀਰ ਖੜ ਗਿਆ। ਫਿਰ ਕੀ ਕੀਤਾ? ਤੇ ਮੈਨੂੰ ਮਸਲ ਮੁੰਡੇ ਨੇ ਮੇਰੇ ਦਵਾਈ ਮਾੜੀ ਮੋਟੀ ਦਿੰਦਾ ਰਿਹਾ, ਤੇ ਦਵਾਈ ਘੱਟ ਵੱਧ ਦਿੰਦਾ ਸੀਗਾ। ਰੋਟੀਆਂ ਪਹਿਲਾਂ ਤਾਂ 4 ਖਾਣ ਦਾ ਮੈਨੂੰ, ਆਹ ਤੂੰ ਹੱਕਦਾ ਬਣਾ, ਤੈਨੂੰ ਚੱਕਣਾ ਔਖਾ, ਤੇ ਤੂੰ ਘੱਟ ਖਾਏਗਾ ਰੋਟੀ। ਕਹਿੰਦੇ ਤੂੰ ਲੈਟਰਿਨ ਕਰਦਾ ਵੱਧ ਹੈ? ਆਹੋ ਪੁੱਤ ਕਹਿੰਦਾ ਤੇਰਾ? ਹਾਂ। ਹਾਂ। ਫਿਰ ਮੈਂ ਕਿਹਾ ਚੱਲ 2 ਰੋਟੀਆਂ ਦੇ ਦਿਆ ਕਰੋ, 2 ਖਾ ਕੇ ਦੇ ਪੈਸੇ।
ਉਹ ਵੀ ਮੇਰੀ ਪੋਥੀ ਫੜਾਉਂਦੀ ਸੀ, ਹਾਂ ਮੁੰਡਾ ਤਾਂ ਫੜਾਉਂਦਾ ਨਹੀਂ ਸੀ ਜਮਾਂ। ਉਹ ਵੀ ਮੈਨੂੰ ਪਾਣੀ ਪੂਣੀ ਦੇ ਦਿੰਦੀ ਸੀ, ਉਹ ਵੀ ਰੋਟੀ ਦਿੰਦੀ ਸੀ। ਤੇ ਫਿਰ ਉਹ ਜਿਹੜੀ ਲੈਟਰਿਨ ਮੰਜੇ ਦੇ ਥੱਲੇ ਪਈ ਸੀ ਕਿਵੇਂ ਢੇਰ ਲੱਗੇ ਬਾਪੂ ਉਹ ਚੱਕਦੇ ਨਹੀਂ ਸੀ ਉਹ ਪਹਿਲਾਂ ਚੱਲਦਾ ਰਿਹਾ, ਮੁੜ ਕੇ ਗਾਲਾਂ ਦਿੰਦਾ ਰਿਹਾ। ਫਿਰ ਇੱਕ ਦਿਨ ਮੈਨੂੰ ਚਪੇੜਾਂ ਹੀ ਮਾਰੀਆਂ ਮੇਰੇ ਮੂੰਹ ਤੇ, ਕੀ ਕੀਤਾ ਚਪੇੜਾਂ। ਉਹਨੇ ਮਾਰੀਆਂ ਤੇਰੇ ਆਹ ਕਿਉਂ ਆ ਸਾਨੂੰ ਦੁੱਖ ਦੇਣਾ, ਤੂੰ ਮਰ ਜਾ। ਉਹ ਮੇਰੇ ਮਾਲਕਾ ਸੱਚੇ ਪਾਤਸ਼ਾਹ। ਸਰਦਾਰ ਬੇਅੰਤ ਸਿੰਘ ਢਿੱਲੋਂ 7 ਫੁੱਟ ਕੱਦ 1.25 ਕੁਆਂਟਲ ਦੀ ਦੇਹ ਜਦੋਂ ਅਸੀਂ ਚੱਕ ਕੇ ਲੈ ਕੇ ਆਏ ਸੀਗੇ ਜੀ, ਫੋਟੋਆਂ ਤੇ ਵੀਡੀਓ ਦੇਖਿਓ 25 ਕਿਲੋ ਦਾ ਸਰੀਰ ਸੀ ਬਾਪੂ ਜੀ ਦਾ। ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਿਆ, ਸਿਰਫ 2 ਫੁਲਕੇ ਦਿੰਦਾ ਸੀ। ਇੱਕ ਟਾਈਮ ਕਹਿੰਦੇ ਸੀ ਤੂੰ ਬਾਪੂ ਦੇ ਲਫ਼ਜ਼ਾਂ 'ਚ ਜੇ ਕਿਹਾ ਜਾਵੇ ਤਾਂ ਤੂੰ ਕਹਿੰਦੇ ਹੱਗਦਾ ਬਾਹਲਾ। ਉਹ ਪੁੱਤ ਜਿਹਨੂੰ ਪਾਲਿਆ, ਉਹ ਮਾਂ ਦਾ ਪੁੱਤ ਜਿਹਨੂੰ 8 ਕਿੱਲੇ ਜ਼ਮੀਨ ਪਿਓ ਨੇ ਦਿੱਤੇ, ਉਹ ਪੁੱਤ ਕਹਿੰਦਾ ਤੂੰ ਹੱਗਦਾ ਵਾਲਾ, ਰੋਟੀ ਘੱਟ ਖਾਇਆ ਕਰ। ਥੱਪੜਾ ਨਾ ਕੁੱਟਿਆ। ਅਪਾਹਜ ਪਿਓ ਜਿਹੜਾ ਤੁਰ ਨਹੀਂ ਸਕਦਾ, ਚੱਲ ਨਹੀਂ ਸਕਦਾ, ਜਿਹੜਾ ਉੱਠ ਕੇ ਟਾਇਲਟ ਵੀ ਨਹੀਂ ਜਾ ਸਕਦਾ, ਉਹਨੂੰ ਹੱਡੀਆਂ ਦੇ ਪਿੰਜਰ ਬਣੇ ਹੋਏ ਬਾਪੂ ਨੂੰ ਚੱਕ ਕੇ ਲੈ ਗਿਆ ਸੀ। ਬਾਪੂ ਦਾ ਇੱਕ ਦੋਸਤ ਸੀਗਾ ਜਿਹੜਾ ਬਾਪੂ ਨੂੰ ਮਿਲਣ ਗਿਆ ਸੀ ਘਰੇ। ਉਹਨੇ ਜਦੋਂ ਹਾਲਾਤ ਦੇਖੇ ਬਾਪੂ ਦੇ ਤਾਂ ਬਾਈ ਨੇ ਸਾਨੂੰ ਦੱਸਿਆ, ਵੀਡੀਓ ਬਣਾ ਕੇ ਭੇਜੀ। ਬਾਪੂ ਦੇ ਮੰਜੇ ਦੇ ਥੱਲੇ ਤੇ ਉੱਪਰ ਲੈਟਰਿਨ ਦੇ ਢੇਰ ਲੱਗੇ ਪਏ ਸੀ। ਉੱਥੇ ਵਿਚਾਰਾ ਬਾਣ ਦੌਣ ਵਾਲੇ ਪਾਸੇ ਨੂੰ ਹੋ ਕੇ ਲੈਟਰਿਨ ਕਰ ਲੈਂਦਾ ਸੀ ਰੁੜ ਕੇ। ਇੱਕ ਕੋਲੇ ਪਾਣੀ ਦੀ ਬੋਤਲ, ਲੈਟਰਿਨ ਨਾਲ ਲਿਬੜੇ ਹੋਏ ਹੱਥ ਪੈਰ ਸਿਰ ਦਾੜੇ ਤੱਕ ਨੂੰ ਵੀ ਲੈਟਰਿਨ ਲੱਗੀ ਹੋਈ ਸੀ। ਤੇ ਜਿਹੜਾ ਸ਼੍ਰੀ ਸਾਹਿਬ ਪਾਇਆ ਸੀ ਨਾ ਬਾਪੂ ਦੇ, ਉਹ ਲਾ ਕੇ ਕਿੱਲੀ ਤੇ ਟੰਗਤਾ ਸੀ ਬਾਪੂ ਨੇ। ਕਹਿੰਦਾ ਉਹਦੀ ਸੁੱਚਮ ਨਹੀਂ ਮੇਰੇ ਤੋਂ ਹੋ ਰਹੀ ਸੀ, ਉਹ ਵੀ ਲੈਟਰਿਨ ਨਾਲ ਲਿਬੜਦਾ ਸੀ। ਸਾਰੀ ਉਮਰ ਅਮਰ ਛਕਿਆ ਰੱਖਿਆ, ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ। 20 ਸਾਲ ਬਾਪੂ 20 ਸਾਲ ਡਾਲੀ ਕੀਤੀ। 20 ਸਾਲ ਡਾਲੀ ਦਾ ਮਤਲਬ ਆ ਪਿੰਡਾਂ ਦੇ ਵਿੱਚੋਂ ਪ੍ਰਸ਼ਾਦਾ ਇਕੱਠਾ ਕਰਕੇ, ਦਾਲ ਸਬਜ਼ੀ ਦੁੱਧ ਲੈ ਕੇ ਆਉਣਾ, ਗਜਾ ਕਰਕੇ ਫਿਰ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਨੂੰ ਛਕਾਉਣਾ। ਪੈਸਾ ਨਹੀਂ ਕਿਸੇ ਤੋਂ ਲਿਆ ਜਾਵਾਂ, ਅੱਜ ਤੱਕ ਕਦੇ ਪੈਸਾ ਨਹੀਂ ਲਿਆ। ਆਹ ਸਜ਼ਾ ਦਿੱਤੀ। ਪੁੱਤ ਨੂੰ ਸਿਰਫ ਇੱਕੋ ਹੀ ਡਰ ਸੀ ਵੀ ਇਹ ਜੀ ਮੇਰੀ ਜ਼ਮੀਨ ਆ ਜਿਹੜੀ ਕਿਤੇ ਨਾ ਇਹ ਜਿਉਂਦਾ ਰਹਿ ਗਿਆ, ਕਿਤੇ ਗੁਰਦੁਆਰੇ ਨੂੰ ਨਾ ਦੇ ਦੇਵੇ ਜਾਂ ਆਪਦੀ ਧੀ ਨੂੰ ਨਾ ਦੇ ਦੇਵੇ। ਹੁਣ ਵੀ ਮੇਰਾ ਪੋਤਾ ਵੀ ਹੁੰਦਾ ਸੀ। ਹਾਂਜੀ ਆ ਪਹਿਲੀ ਨਾ ਕਰ, ਰੋ ਨਾ ਬਾਪੂ। ਕੀ ਕਹਿੰਦਾ? ਨਾ ਕਰ, ਨਾ ਕਰਾ ਕਹਿੰਦਾ ਜਿਹੜਾ ਪੁੱਤ ਤੈਨੂੰ ਹੁਣ ਮਿਲਣ ਆਇਆ ਸੀ। ਬਾਪੂ ਦੇ ਪੋਤੇ ਨੂੰ ਅਸੀਂ ਮਿਹਨਤਾਂ ਕਰ ਕਰਕੇ ਸੱਦਿਆ। ਬਾਪੂ ਪਿਛਲੇ 1.5 ਸਾਲ ਤੋਂ 2 ਸਾਲਾਂ ਤੋਂ ਚਾਹੁੰਦਾ ਸੀ ਵੀ ਮੈਂ ਆਪਦੇ ਪੋਤੇ ਨੂੰ ਮਿਲਣਾ। ਸਾਨੂੰ ਬਾਪੂ ਨੇ ਬਾਹਲੀ ਵਾਰੀ ਕਿਹਾ ਵੀ ਮੇਰੀ ਤਮੰਨਾ ਮੇਰੇ ਪੋਤੇ ਨੂੰ ਮਿਲਾ ਦਿਓ। ਅਸੀਂ ਨੰਬਰ ਪਤਾ ਕੀਤਾ, ਫੋਨ ਕੀਤਾ, ਪਿੰਡੋਂ ਮਸਾਂ ਸੱਦਿਆ ਉਹਨੂੰ ਫੋਨ ਕਰ ਕਰਕੇ। ਤੇ ਬਾਪੂ ਦੱਸਦਾ ਸਾਨੂੰ ਤਾਂ ਪਹਿਲਾਂ ਨਹੀਂ ਸੀ ਪਤਾ, ਅੱਜ ਹੀ ਦੱਸਿਆ ਬਾਪੂ ਨੇ। ਤੇ ਬਾਪੂ ਉਹ ਕਹਿੰਦਾ ਮੇਰੇ ਨਾਂ ਤੇ ਜ਼ਮੀਨ ਕਰਾ ਦੇ। ਆਹੋ ਰਸ਼ੀਦ ਕਰਾਈ ਹੈ ਵਸੀਅਤ। ਹਾਂਜੀ, ਜਿੰਨਾ ਚਾਹੁੰਦਾ ਮੇਰੀ ਹੈ, ਜੇ ਮਰ ਗਈ ਫਿਰ ਨਾ ਜੀ। ਤੇ ਜਾਣੀ ਕਿ ਉਹ ਚਾਹੁੰਦੇ ਤੂੰ ਜਿਉਂਦੇ ਜੀ ਨਾ ਹੀ ਕਰਾ ਦੇ ਸਾਡੇ, ਹੁਣ ਇਹ ਉਹ ਚਾਹੁੰਦੇ ਆ। ਆਹੋ ਨਾ ਕਰਾਉਂਦਾ ਮੈਂ ਕੁੜੀ ਨੂੰ ਵਿਚਾਰੀ ਨੂੰ ਥੋੜੇ ਬਹੁਤ ਪੈਸੇ ਦੇ ਦਿੰਦਾ ਸੀਗਾ, ਉਹ ਵੀ ਨਹੀਂ ਹੁੰਦੀ। ਧੀ ਨੂੰ ਬਾਪੂ ਤੂੰ ਜ਼ਮੀਨ ਧੀ ਪੁੱਤ ਬਰਾਬਰ ਕਰ ਦੇ। ਬਰਾਬਰ ਕਰਦਾ ਧੀ ਵੀ ਤੇਰੀ ਉਹਨੇ ਹੱਕਦਾਰ ਆ। ਉਹਨੇ ਤਾਂ ਫਿਰ ਵੀ ਹਰ ਨਾਰਾ ਮਾਰਿਆ ਸੀ, ਤੈਨੂੰ ਚੱਕਣ ਵੀ ਆਇਆ ਸੀ ਤੇਰਾ ਭਾਣਜਾ ਦੋਤਾ ਤੇਰਾ, ਹਨਾ। ਉਹਨੇ ਜ਼ੋਰ ਵੀ ਲਾਇਆ ਸੀਗਾ ਵੀ ਮੈਂ ਨਾਨੇ ਨੂੰ ਲੈ ਕੇ ਜਾਣਾ। ਆਹੋ ਤੇ ਮੁੜ ਕੇ ਮੈਂ ਆਖੀ ਕਿ ਮੈਨੂੰ ਲੈ ਕੇ ਨਹੀਂ, ਉਹ ਸਾਨੂੰ ਲੋਕ ਮਣੇ ਮਾਰਨਗੇ, ਮੇਰੇ ਮੁੰਡੇ ਨਹੀਂ ਸੰਭਾਲਦੇ, ਅਸੀਂ ਲੈ ਕੇ ਜਾਣੇ ਦਾ। ਵਾਹਿਗੁਰੂ ਸੱਚਾ ਪਾਤਸ਼ਾਹ। ਇਹ ਆ ਜੀ ਸਾਡੇ ਸਮਾਜ ਦੀਆਂ ਸੱਚਾਈਆਂ, ਕੌੜੀਆਂ ਤੇ ਮਿੱਠੀਆਂ, ਸੱਚੀਆਂ ਤੇ ਝੂਠੀਆਂ। ਕਾਲੂ ਇਹ ਵੀ ਇੱਕ ਜਿਉਂਦੀ ਜਾਗਦੀ ਤਸਵੀਰ ਆ ਸਾਡੇ ਸਮਾਜ ਦੀ। ਇਹ ਹੱਸਦਾ ਹੋਇਆ ਚਿਹਰਾ, ਇਹ ਮੁਸਕਰਾਉਂਦਾ ਹੋਇਆ ਨੌਜਵਾਨ ਪੰਜਾਬ ਦਾ ਗੱਭਰੂ। 4 ਸਾਲ ਘਰ ਦੇ ਵਿੱਚ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਨੰਗਾ। ਕਿਉਂ? ਪੈਸੇ ਖਾਤਰ ਕਿ ਨਹੀਂ ਕਾਲੂ? ਪੈਸਾ ਹੀ ਮੁੱਖ ਕਰ ਲਿਆ ਸੀ ਇਹਨਾਂ ਭਰਾ ਭਰਜਾਈਆਂ ਨੇ। ਕਾਲੂ ਦੱਸਦਾ ਕਹਿੰਦਾ ਕ੍ਰੈਸ਼ਰ ਹੁੰਦਾ ਸੀ, ਕ੍ਰੈਸ਼ਰ ਜਿਹੜੀ ਬਜਰੀ ਆਪਾਂ ਲੈਂਟਰ ਪਾਉਂਦੇ ਆ ਨਾ ਆਪਾਂ, ਉਹ ਕਾਲੂ ਦੇ ਖੇਤ ਚੋਂ ਨਿਕਲਦੀ ਆ। 3.5 ਕਿੱਲੇ ਜ਼ਮੀਨ ਸੀ ਕਾਲੂ ਦੀ। ਮਿੱਟੀ ਪੱਟੀ ਦੀ ਜੇਸੀਬੀਆਂ ਨਾਲ। ਕਾਲੂ ਪਹਿਲਾਂ ਤਾਂ ਕਹਿੰਦੇ ਤੂੰ ਸਕਾਰਪੀਓ ਦੇ ਮੂਹਰੇ ਦੀ ਸੀਟ ਤੇ ਬਹਿੰਦਾ ਹੁੰਦਾ ਸੀ ਹੈ ਨਾ, ਜਦੋਂ ਫਰਮ ਤੇਰੇ ਨਾਂ ਤੇ ਬਣਾਈ ਸੀ ਉਹਨਾਂ ਨੇ ਕ੍ਰੈਸ਼ਰ ਦੀ। ਹਾਂਜੀ।
ਤੇ ਜਦੋਂ ਫਰਮ ਬਣ ਗਈ ਕੰਮ ਚੱਲ ਪਿਆ ਉਦੋਂ ਸੰਗਲ ਨਾਲ ਬੰਨਤਾ ਕਾਲੂ। ਮੈਂਟਲ ਨਹੀਂ ਸੀ ਕਰਤਾ। ਤੁਸੀਂ ਸੋਚ ਕੇ ਦੇਖੋ, ਤੁਹਾਨੂੰ 3 ਘੰਟਿਆਂ ਲਈ ਸੰਗਲ ਨਾਲ ਬੰਨ੍ਹ ਦਈਏ ਨਾ ਆਪਾਂ, ਤਾਂ ਕਮਲੇ ਨਹੀਂ ਹੋਵੋਗੇ ਤਾਂ ਕੀ ਹੋਵੋਗੇ। ਤੇ ਕਾਲੂ 3-4 ਸਾਲ ਸੰਗਲਾਂ ਨਾਲ ਬੰਨੀ ਰੱਖਿਆ, ਉਹ ਵੀ ਹਨੇਰੇ ਕਮਰੇ ਦੇ ਵਿੱਚ, ਇੱਕ ਨਿੱਕੇ ਜਿਹੇ ਖੁੱਡੇ ਨੁਮਾ ਕਮਰੇ ਦੇ ਵਿੱਚ, ਡੰਗਰਾਂ ਦੇ ਨਾਲ, ਡੰਗਰਾਂ ਦੇ ਵਾਂਗ, ਬਿਨਾਂ ਕੱਪੜਿਆਂ ਤੋਂ। ਵੀ ਜੇ ਬੰਦਾ ਖੁੱਲ ਵੀ ਜਾਵੇ ਨੰਗਾ ਭੱਜੇ ਹੀ ਨਾ ਕਿਤੇ, ਚਾਹੇ ਹਾੜ ਹੋਣ ਚਾਹੇ ਸਿਆਲ ਹੋਣ। ਤੇ ਸਾਲ ਹੋਣ ਵਾਲਾ ਕਦੇ ਕੋਈ ਮਿਲਣ ਵੀ ਨਹੀਂ ਆਇਆ ਹੈ। ਹੁਣ ਤਾਂ ਬਰਸਾਤ ਹੈ ਕਾਲੂ, ਜਦੋਂ ਉੱਥੇ ਤੇਰੇ ਕਮਰਾ ਤੇ ਮੀਂਹ ਪੈਂਦਾ ਸੀ, ਬਰਸਾਤ ਪੈਂਦੀ ਸੀ, ਚਾਹੁੰਦਾ ਹੁੰਦਾ ਸੀ? ਉੱਤੇ ਚਾਦਰਾਂ ਜੀ ਟੀਨ ਜੀ ਪਾਏ ਸੀ ਨਾ ਗਲੇ ਹੋਏ। ਕਾਲੂ ਤੈਨੂੰ ਠੰਡ ਨਹੀਂ ਲੱਗਦੀ ਸੀ ਉੱਥੇ? ਨਹੀਂ ਲੱਗਦੀ। ਵਾਹਿਗੁਰੂ ਵੀ ਗਰਮੈਸ਼ ਦੇ ਦਿੰਦਾ ਫਿਰ ਤਾਂ, ਰੱਬ ਵੀ ਗਰਮੈਸ਼ ਦੇ ਦਿੰਦਾ। ਹੋਰ ਕਾਲੂ ਹੁਣ ਕੀ ਸੋਚਿਆ ਫਿਰ? ਜਾਨਵਰ ਹੈ ਆਏ ਨਹੀਂ ਬੰਦੇ। ਕੌਣ ਭਰਾ ਆਏ ਨਹੀਂ? ਕਾਲੂ ਡੀ ਤਾਂ ਰਹਿੰਦਾ ਕਹਿੰਦਾ ਯਾਰ ਮੇਰੇ ਭਰਾ ਆਉਣਗੇ ਲੈ ਕੇ ਜਾਣਗੇ। ਕੀ ਕਰਨਾ ਜੇ ਆ ਕੇ ਤੈਨੂੰ ਚੱਲ ਲੈ ਜਾਣਗੇ, ਫਿਰ ਕੀ ਕਰੇਂਗਾ ਉੱਥੇ ਜਾ ਕੇ? ਮੇਲਾ ਕਿਆ ਕਰਨਾ, ਕੰਮ ਕਰ ਰਹੇ ਕੋਈ ਕੰਮ ਕਰੇਂਗਾ ਕੋਈ? ਤੇ ਵਿਆਹ ਬੂ ਬਾਰੇ ਸੋਚਿਆ ਕੁਛ ਹੈ? ਨਹੀਂ ਸੋਚੀ ਵੀ ਨਾ। ਜੇ ਤੂੰ ਵਿਆਹ ਬਾਰੇ ਸੋਚ ਲੈਂਦਾ ਫਿਰ ਬੰਨ ਲੈਣਾ। ਉਹਨੇ ਕਹਿਣਾ ਕਾਲੂ ਜ਼ਮੀਨ ਜਿਹੜੀ ਹੈਗੀ ਆ, ਫਿਰ ਜੇ ਵਿਆਹ ਹੋ ਗਿਆ ਕਾਲੂ ਦੇ ਬੱਚੇ ਹੋ ਜਾਣੇ, ਸਾਡੇ ਜ਼ਮੀਨ ਹੱਥੋਂ ਜਾਊਗੀ। ਆਹੀ ਟੈਨਸ਼ਨ ਉਹਨਾਂ ਨੂੰ। ਤੂੰ ਕਹ ਯਾਰ ਮੇਰਾ ਕਰਾਉਣਾ ਹੀ ਨਹੀਂ ਪਿਆ, ਜ਼ਮੀਨ ਤੁਹਾਡੀ ਆ, ਮੈਨੂੰ ਪਿਆਰ ਪੂਰੀ ਕਰਿਆ ਕਰੋ, ਮੈਨੂੰ ਭਰਾ ਬਣਾ ਕੇ ਰੱਖ ਲਓ ਘਰੇ ਯਾਰ ਬਸ। ਕਿ ਨਹੀਂ ਕਾਲੂ? ਹਾਂਜੀ। ਪਤਾ ਨਹੀਂ ਕਿੱਥੇ ਲੈ ਕੇ ਜਾਣੀਆਂ ਜ਼ਮੀਨਾਂ, ਪਤਾ ਨਹੀਂ ਇਹ ਕਾਗਜ਼ ਦੇ ਟੁਕੜੇ ਕਿੱਥੇ ਜਾਣਗੇ, ਕਿਹਦੇ ਕੰਮ ਆਉਣਗੇ, ਕਿਹਦੀ ਜ਼ਿੰਦਗੀਆਂ ਦੇ ਵਿੱਚ ਚੰਗੇ ਕੰਮ ਟਾਈਮ ਲਿਆਉਣਗੇ। ਦੇਖੋ ਆ ਲੱਗੀ ਬਾਬੇ ਦੀ ਜ਼ਿੰਦਗੀ ਆ ਹੁਣ ਜੀ, ਏਦਾਂ ਵਿਚਾਰਾ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਸਮਾਜ ਦੇ। ਇਹ ਲੱਗੀ ਬਾਬਾ ਸਾਡਾ। ਬਾਬਾ ਤਾਂ ਸਮੇਂ ਨੇ ਬਣਾਤਾ, ਇਹ ਤਾਂ 43-44 ਸਾਲ ਦੀ ਉਮਰ ਸੀ ਬਾਬੇ ਦੀ। ਇੱਦਾਂ ਹੀ ਬਾਹਰ ਕੱਢ ਕੇ ਲੈ ਕੇ ਆਉਂਦੇ ਆ, ਇੱਦਾਂ ਹੀ ਅੰਦਰ ਛੱਡ ਕੇ ਆਉਂਦੇ ਆ ਹੱਥੋਂ ਫੇਰ। ਇੱਕ ਹੋਰ ਚਿਹਰਾ ਦਿਖਾਉਂਦੇ ਤੁਹਾਨੂੰ ਸਮਾਜ ਦਾ। ਅਸੀਂ ਇਹਨੂੰ ਬਾਪੂ ਨੂੰ ਗੋਰੇ ਅੰਗਰੇਜ਼ ਦੇ ਨਾਂ ਨਾਲ ਜਾਣਦੇ ਆ, ਤੇ ਬਾਪੂ ਨੂੰ ਰਾਜਪੁਰੇ ਲੈ ਗਏ ਸੀ। ਬਾਪੂ ਸਟੇਸ਼ਨ ਤੇ ਰਹਿੰਦਾ ਸੀ 20-25 ਸਾਲਾਂ ਤੋਂ। ਉੱਥੇ ਲੋਕ ਇਹਨੂੰ ਚਿੱਟਾ ਗੋਂਗਾ, ਚਿੱਟੇ ਗੋਂਗੇ ਦੇ ਨਾਂ ਨਾਲ ਜਾਣਦੇ ਸੀਗੇ। ਬਾਪੂ ਦੁੱਧ ਪੀਂਦਾ ਪੈਪ ਦੇ ਨਾਲ ਹੀ। ਜਾਣੀ ਕਿ ਅਸੀਂ ਚਿਹਰਾ ਚੱਜ ਨਾਲ ਦਿਖਾ ਨਹੀਂ ਸਕਦੇ ਹਜੇ ਤੁਹਾਨੂੰ, ਕਿਉਂਕਿ ਫੇਸਬੁੱਕ ਨੇ ਸਾਡੀ ਇਹ ਵੀਡੀਓ ਹੈ ਜਿਹੜੀ ਇਹ ਬਲੌਕ ਕਰ ਦੇਣੀ ਆ। ਫੇਸਬੁੱਕ ਨੇ ਸਾਡੀ ਇਹ ਵੀਡੀਓ ਹੈ ਜਿਹੜੀ ਸਟਾਪ ਕਰ ਦੇਣੀ ਆ। ਉਹ ਸਾਨੂੰ ਹੀ ਸਾਡੇ ਪੇਜ ਤੋਂ ਫੇਸਬੁੱਕ ਵਾਲੇ ਬਲੌਕ ਕਰ ਦਿੰਦੇ ਵੀ ਤੁਸੀਂ ਕੋਈ ਵੀਡੀਓ ਨਹੀਂ ਪਾ ਸਕਦੇ, ਕਿਸੇ ਨੂੰ ਲਾਈਕ ਨਹੀਂ ਕਰ ਸਕਦੇ, ਕਿਸੇ ਤੇ ਕਮੈਂਟ ਨਹੀਂ ਕਰ ਸਕਦੇ। ਕਹਿੰਦੇ ਤੁਸੀਂ ਵਾਇਲੇਸ਼ਨ ਕਰ ਰਹੇ ਆ। ਆਹ ਚੀਜ਼ਾਂ ਸਾਡੇ ਸਮਾਜ ਨੂੰ ਵਾਇਲੈਂਟ ਲੱਗਦੀਆਂ ਨੇ। ਇਹ ਚਿਹਰੇ ਸਾਡੇ ਸਮਾਜ ਨੂੰ ਚੰਗੇ ਨਹੀਂ ਲੱਗਦੇ। ਹੁਣ ਇਹ ਚਿਹਰੇ ਸਾਡੇ ਸਮਾਜ ਦੇ ਆ, ਇਹ ਅੱਜ ਦੇ ਪੰਜਾਬ ਦੇ ਚਿਹਰੇ ਆ। ਏਦਾਂ ਪਾਈਪਾਂ ਨਾਲ ਦੁੱਧ ਪੀਂਦੇ ਸਾਡੇ ਪੰਜਾਬ ਦੇ ਬਜ਼ੁਰਗ ਆ। ਇਹ ਪਤਾ ਨਹੀਂ ਬਾਪੂ ਦਾ ਕਿਹੜਾ ਗ੍ਰਾਂ, ਕਿਹੜਾ ਪਿੰਡ ਆ, ਕਿਹੜੀ ਜਾਤ ਆ, ਕਿਹੜਾ ਧਰਮ ਆ, ਕੁਛ ਨਹੀਂ ਪਤਾ। ਏਦਾਂ ਵਿਚਾਰਾ ਇੱਕ ਘੰਟਾ ਲੱਗ ਜਾਂਦਾ ਇੱਕ ਗਲਾਸ ਦੁੱਧ ਪੀਣ ਨੂੰ। ਵਾਹਿਗੁਰੂ ਦੀ ਕਿਰਪਾ ਨਾਲ ਹੁਣ ਅੱਗੇ ਨਾਲੋਂ ਬਹੁਤ ਠੀਕ ਆ। ਲੇਜ਼ਰਾਂ ਹੋਈਆਂ, 10 ਲੇਜ਼ਰ ਹੋ ਗਿਆ ਫੇਸ ਤੇ। ਜਿੰਨੀ ਗੰਦਗੀ ਸੀ ਫੇਸ ਚੋਂ ਸਾਰੀ ਕੱਢਤੀ ਹੈ ਡਾਕਟਰਾਂ ਨੇ। CMC ਹਸਪੀਟਲ ਤੋਂ ਇਲਾਜ ਚੱਲਦਾ। ਬਾਪੂ ਗੋਰੇ ਅੰਗਰੇਜ਼ ਬ੍ਰੈਕਟ ਦੇ ਵਿੱਚ ਪਿੱਛੇ ਅਨਨੋਨ ਪਾਇਆ ਹੋਇਆ। ਅਨਨੋਨ ਤਾਂ ਵੀ ਪਤਾ ਹੀ ਨਹੀਂ ਇਹ ਕੌਣ ਆ। ਰਾਜਪੁਰੇ ਜਾ ਕੇ ਆਏ, 25 ਸਾਲ ਉੱਥੇ ਰਿਹਾ। ਉਹਨਾਂ ਨੂੰ ਵੀ ਪੁੱਛਿਆ, ਉਹਨਾਂ ਨੂੰ ਵੀ ਪਤਾ ਨਹੀਂ ਇਹ ਕੌਣ ਆ, ਕਿੱਥੋਂ ਆਇਆ ਸੀ। ਤੇ ਆ ਤੁਹਾਡੇ ਸਾਹਮਣੇ ਅੱਜ ਇਹਦੇ ਵਾਸਤੇ ਜ਼ਰੂਰ ਅਰਦਾਸ ਕਰ ਦਿਓ।
ਇਹਦੀ ਤਕਲੀਫ ਜ਼ਰੂਰ ਘਟ ਜਾਵੇ। ਇਹ ਬਾਪੂ ਦਾ ਜਿਹੜਾ ਚਿਹਰਾ ਵਾ ਉਹ ਠੀਕ ਹੋ ਜਾਵੇ, ਇਹਦੇ ਪੱਟ ਚੋਂ ਮਾਸ ਕੱਢ ਕੇ ਇਹਦੇ ਫੇਸ ਤੇ ਲਾਇਆ ਜਾਣਾ, ਇਹਦੀ ਪਲਾਸਟਰ ਦੀ ਸਰਜਰੀ ਹੋਣੀ ਆ, ਇਹਦੀ ਤਕਲੀਫ ਘਟ ਜਾਵੇ ਜੀ। ਅਰਦਾਸ ਕਰਦੇ ਹੋ ਜ਼ਰੂਰ, ਸੱਚੇ ਪਾਤਸ਼ਾਹ ਅੱਗੇ ਜ਼ਰੂਰ ਅਰਦਾਸ ਕਰਦੇ ਹੋ ਜੀ। ਵੀਡੀਓ ਸਾਡੀਆਂ ਲੰਬੀਆਂ ਹੋ ਜਾਂਦੀਆਂ, ਪਰ ਜਜ਼ਬਾਤ ਬੜੇ ਵੱਡੇ ਆ, ਦੂਰੋਂ ਇਕੱਠੇ ਕੀਤੇ ਹੋਏ ਜਜ਼ਬਾਤ। ਤਕਲੀਫਾਂ ਬੜੀਆਂ ਡੂੰਘੀਆਂ ਨੇ। ਮਾਤਾ ਸੰਧਿਆ ਦੇਵੀ ਸਾਡੇ ਬੈਠੇ ਨੇ, ਰਚਨਾ ਭੈਣ ਬੈਠੇ ਨੇ ਸਾਡੇ, ਤੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਰਹਿ ਰਾਸ ਦਾ ਟਾਈਮ ਹੋ ਗਿਆ ਸ਼ਾਮ ਦਾ ਜੀ। ਸ਼ਾਮ ਦਾ ਪ੍ਰਸ਼ਾਦਾ ਵੀ ਤਿਆਰ ਹੋਈ ਜਾ ਰਿਹਾ ਸਾਹਮਣੇ। ਵਲੰਟੀਅਰ ਸਾਡੇ ਛਕਣ ਵੀ ਲੱਗ ਚੱਲੇ ਨੇ ਪ੍ਰਸ਼ਾਦਾ। ਸਵੇਰ ਦੇ ਵਾਸਤੇ ਸਬਜ਼ੀਆਂ ਕੱਟਣ ਦਾ ਵੀ ਜਿਹੜਾ ਹੈਗਾ ਪ੍ਰੋਗਰਾਮ ਚੱਲੀ ਜਾ ਰਿਹਾ। ਸਾਡੇ ਇੰਦਰਮੀਤ ਸਿੰਘ ਧੀਰੂ ਵੀਰ ਹੁਣੀ ਸਬਜ਼ੀਆਂ ਕੱਟ ਰਹੇ ਨੇ। ਬੇਬੇ ਇੱਥੇ ਪਿਆ ਸੀਗਾ, ਇੱਥੇ ਬੇਬੇ। ਅਸੀਂ ਗੱਲ ਨਹੀਂ ਬਾਪੂ ਪਿਆਰਾ ਸਿੰਘ ਜੀ ਸਤਿ ਸ੍ਰੀ ਅਕਾਲ। ਸਰਜੀਤ ਬਾਬੇ ਸਤਿ ਸ੍ਰੀ ਅਕਾਲ। ਬਾਪੂ ਬੋਲ ਨਹੀਂ ਸਕਦਾ ਜੀ। ਬੰਟੀ ਮਾਨ, ਵੀਰ ਭਜਨ ਮਾਨ, ਗੁਰਦਾਸ ਮਾਨ, ਭਗਵੰਤ ਮਾਨ, ਬੱਬੂ ਮਾਨ ਸੁਣੇ ਹੋਣਗੇ। ਸਾਡੇ ਵੀਰ ਨੂੰ ਬੰਟੀ ਮਾਨ ਨੂੰ ਮਿਲੇ ਜੀ। 6 ਸਾਲ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਘਰੇ। ਗਿੱਟੇ ਨੂੰ ਸੰਗਲ ਲੱਗਿਆ ਹੁੰਦਾ ਸੀਗਾ। 7 ਕਿੱਲੇ ਜ਼ਮੀਨ ਦਾ ਮਾਲਕ ਆ, ਮਾਨਾ ਦਾ ਮੁੰਡਾ, ਮੁਕਤਸਰ ਜ਼ਿਲ੍ਹਾ ਸ਼ੇਰਗੜ੍ਹ ਪਿੰਡ। ਵਾਹਿਗੁਰੂ ਦੀ ਬਹੁਤ ਕਿਰਪਾ ਹੈ ਨਾ ਬੰਟੀ। ਠੀਕ ਆ, ਹੁਣ ਕੀ ਕਰਨਾ ਆਪਾਂ? ਕੀ ਕਰਨਾ ਅੱਗੇ? ਵਿਆਹ ਕਰਾਉਣਾ? ਕੀ ਕਰਨਾ? ਪੜ੍ਹਾਈ ਕਰਨੀ ਹੈ? ਕੰਮ ਕਰਨਾ? ਖੇਤੀਬਾੜੀ ਕਰੇਗਾ? ਟਰੈਕਟਰ ਲੈ ਲਈਏ ਫਿਰ ਇੱਕ। 7 ਕਿੱਲੇ ਜ਼ਮੀਨ ਆ, ਬਾਪੂ ਦੇ ਨਾਲ ਲੱਗ ਜਾ। ਹੁਣ ਵਾਹਿਆ ਕਰਾਂਗੇ ਜ਼ਮੀਨ, ਹੈ ਨਾ। 3 ਫਸਲਾਂ ਲਿਆ ਕਰਨੀਆਂ, 3 ਆਪਾਂ। ਝੋਨਾ ਨਹੀਂ ਬੀਜਣਾ, ਪੰਜਾਬ ਨੂੰ ਖਰਾਬ ਕਰਦਾ, ਖਤਮ ਕਰਤਾ ਪੰਜਾਬ ਨੂੰ ਝੋਨੇ ਨੇ। ਸਬਜ਼ੀਆਂ, ਕਣਕ, ਸੂਰਜਮੁਖੀ, ਆਲੂ, ਇਹੋ ਜਿਹੀਆਂ ਚੀਜ਼ਾਂ ਬੀਜਿਆ ਕਰਨੀਆਂ। ਠੀਕ ਆ, ਪੱਕਾ? ਬਸ ਹੁਣ ਜਾਣਾ ਆਪਾਂ ਸ਼ੇਰਗੜ੍ਹ। ਠੀਕ ਆ। ਇਸ ਵੀਰ ਵਾਸਤੇ ਵੀ ਅਰਦਾਸ ਕਰਿਓ ਜੀ, ਦੁਬਾਰਾ ਜ਼ਿੰਦਗੀ ਜਿਉ ਸਕੇ ਮਾਨਾ ਦਾ ਮੁੰਡਾ। ਉਸ ਵਾਹਿਗੁਰੂ ਦਾ ਨਾਮ ਵੀ ਲਿਆ ਜਾ ਰਿਹਾ। नाम की लागे तो भूखे खाए चलिए दूका सो को सही मेरी माई साचा सर्वो साचे नाय रहाओ साचे नाम की तिलवड़े आई हम की कीमत नहीं पाई जे सन कै अखन पाई वडा ना हुई काटो ना जाए नाम ही ना हुई सूगा देदार की
ਨਾ ਚੁਕੇ ਕੋ ਮਨੀ ਕੋ ਨਾਹੀ ਕੋਈ ਨਾ ਕੋ ਆਨਾ ਕੋ ਕੋਈ ਤੇ ਵਡਵਾ ਕੋ ਤੇ ਵਡ ਤੇਰੀ ਦਾਤ ਰਣਜੀਤ ਸਿੰਘ ਦਾ ਰਾਜ ਵੀ ਪਤਾ ਨਹੀਂ ਕਦੋਂ ਵਾਪਸ ਆਊਗਾ, ਜਿੱਥੇ ਸਾਰਿਆਂ ਨੂੰ ਕਿਸਾਨ ਆਜ਼ਾਦੀ ਮਿਲੂਗੀ। ਸੋਨੀ ਕਿੱਦਾਂ? ਇਹ ਵੀਰ ਵੀ 6 ਸਾਲਾਂ ਤੋਂ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਸੀ ਘਰ 'ਚ ਹੀ। ਬਾਪ ਵੀ ਠੀਕ ਨਹੀਂ ਸੀ ਦਿਮਾਗੀ, ਉਹਨਾਂ ਦੀ ਥੋੜ੍ਹੇ ਦਿਨ ਪਹਿਲਾਂ ਡੈਥ ਹੋ ਗਈ। ਮਾਂ ਵਿਚਾਰੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜ ਕੇ ਬਾਪ ਬੇਟੇ ਨੂੰ ਪਾਲਦੀ ਰਹੀ। ਅੱਜ ਬੜੀ ਤਕਲੀਫ 'ਚ ਆ ਮਾਂ। ਸਾਰੇ ਅੰਦਰ ਰਹਿਣ ਦਾ ਟਾਈਮ ਹੋ ਗਿਆ। ਸੰਗਤਾਂ ਚਲੋ ਇੰਨੀਆਂ ਕਿ ਤੁਹਾਡੇ ਨਾਲ ਜੀ ਸਾਂਝੀਆਂ ਕਰਨੀਆਂ ਸੀਗੀਆਂ ਵਿਚਾਰਾਂ, ਦੁੱਖ ਤਕਲੀਫਾਂ ਪਰਿਵਾਰ ਦੀਆਂ, ਸਾਡੇ ਦੀਆਂ ਕੁਝ ਜਜ਼ਬਾਤਾਂ ਨੂੰ ਸਾਂਝਾ ਕਰਨਾ ਸੀ। ਤੇ ਮਾਤਾ ਸਰਜੀਤ ਕੌਰ ਜੀ ਦੇ ਜਜ਼ਬਾਤ ਨੂੰ ਜ਼ਰੂਰ ਸਮਝਿਓ, ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਸਮਝਾਇਓ। ਇੱਕ ਵਾਰੀ ਮਿਲ ਜਾਣ, ਦੇਖ ਜਾਣ, ਮਾਂ ਨੂੰ ਐਂ ਲੱਗੇ ਮੇਰਾ ਪੁੱਤ ਜਿਉਂਦਾ ਵਾ, ਨਹੀਂ ਤਾਂ ਨਹੀਂ ਹੋ ਜਾਣੀ ਆ ਮਾਂ, ਨਹੀਂ ਤਾਂ ਬੇਦਿਮਾਗ ਹੋ ਜਾਣੀ ਹੈ ਬਿਲਕੁਲ ਹੀ ਮਾਂ। ਡਾਕਟਰ ਦੱਸਦੇ ਆ ਵੀ ਕਦੇ ਵੀ ਹੋ ਸਕਦਾ ਇਹ ਵੀ ਉਹਨੂੰ ਬ੍ਰੇਨ ਹੈਮਰੇਜ ਹੋ ਜਾਵੇ। ਜਿਉਂਦਾ ਪੁੱਤ ਜਿਉਂਦਾ ਦਿਖ ਜਾਵੇ ਬਸ ਉਹਨੂੰ, ਇੱਕ ਵਾਰੀ ਮਾਂ ਜਿਉਂਦੀ ਹੋ ਜੂਗੀ। 19 ਤਰੀਕ ਦੂਜਾ ਮਹੀਨਾ 2019, 19 ਫਰਵਰੀ 6:27 ਹੋ ਗਿਆ ਜੀ ਅੱਜ ਤੇ। ਸਾਡੇ ਨੰਬਰ 97 803 0071 82 848 ਤੇ 0071 ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।